ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਾਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਅਸੀਂ ਤਾਂ ਟਿੱਪਣੀਕਾਰ ਹਾਂ, ਟਿੱਪਣੀ ਕਰਾਂਗੇ। ਨਵਜੋਤ ਸਿੰਘ ਸਿੱਧੂ ਔਰ ਚੰਨੀ ਇੱਕੋ ਚੌਪਰ 'ਚ ਉੱਡ ਗਏ ਦੇਹਰਾਦੂਨ ਨੂੰ, ਤੇ ਪਿੱਛੇ ਕਈਆਂ ਦੇ ਕਾਲਜੇ ਮੱਚਦੇ ਛੱਡ ਕੇ। ਗੱਲ ਕਾਂਗਰਸ ਦੀ ਸਿਆਸਤ ਦੀ ਨਹੀਂ ਕਰਾਂਗੇ, ਕਾਂਗਰਸ ਦੀ ਅਗਲੀ ਪੀੜ੍ਹੀ 'ਚ ਚੱਲਦੇ ਘਮਸਾਨ ਦੀ ਕਰਾਂਗੇ। ਤੇ ਸਭ ਤੋਂ ਪਹਿਲਾਂ ਜੇਕਰ ਤੁਹਾਨੂੰ ਯਾਦ ਕਰਾ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਅਗਲੀ ਪੀੜ੍ਹੀ ਜਾਨੀ ਸਿਆਸੀ ਵਾਰਸ ਅਗਲੀ ਪੀੜ੍ਹੀ ਦੇ ਕਾਂਗਰਸ ਤਿੰਨ ਹੀ ਸੀਗੇ। ਸੁਨੀਲ ਜਾਖੜ, ਜਿਨ੍ਹਾਂ ਨੂੰ ਗੁਰਦਾਸਪੁਰ ਵਾਲੀ ਜ਼ਿਮਨੀ ਚੋਣ ਲੜਦਿਆਂ ਕੈਪਟਨ ਸਾਹਿਬ ਕਹਿ ਗਏ ਸੀ ਵੀ ਇਹਨਾਂ 'ਚ ਪੂਰੇ ਗੁਣ ਨੇ ਇੱਕ ਵਧੀਆ ਮੁੱਖ ਮੰਤਰੀ ਵਾਲੇ। ਉਹ ਉਦੋਂ ਦੇ ਕਦੇ ਨਹੀਂ ਬੈਠੇ, ਹਮੇਸ਼ਾ ਸੋਚਦੇ ਰਹੇ ਵੀ ਵਾਰੀ ਆਈ ਕਿ ਆਈ। ਮਨਪ੍ਰੀਤ ਸਿੰਘ ਬਾਦਲ ਤੇ ਤੀਜੇ ਨੰਬਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਆ ਗਏ ਸੀ। ਇਹ ਤਿੰਨ ਹੀ ਕੈਂਡੀਡੇਟ ਸੀ, ਲੇਕਿਨ ਸਿਤਮ ਜਰੀਫੀ ਇਹ ਰਹੀ ਹਾਲਾਤ ਦੀ ਕਿ ਚਰਨਜੀਤ ਸਿੰਘ ਚੰਨੀ ਔਰ ਸੁਖਜਿੰਦਰ ਸਿੰਘ ਰੰਧਾਵਾ ਹਾਲਾਤ ਨੇ ਵਿੱਚ ਵੜਤੇ। ਹੁਣ ਪੰਜ ਬੰਦੇ, ਤੇ ਪੰਜਾਂ ਚੋਂ ਦੇ ਦੋ ਚੌਪਰ 'ਚ ਚੜੇ ਹੋਣ ਤੇ ਬਾਕੀ ਤਿੰਨਾਂ ਦੇ ਹਾਲਾਤ ਜਿਹੜੇ ਵੇਖਿਆ ਹੀ ਬਣਦੇ ਆ। ਜਿਹੜੇ ਇੱਕ ਨੇ ਤਾਂ ਜਾਖੜ ਸਾਹਿਬ ਨੇ ਤਾਂ ਟਿੱਪਣੀ ਠੋਕਤੀ, ਉਹਨਾਂ ਨੇ ਤਾਂ ਟਵੀਟ ਕਰਤਾ, ਤੁਸੀਂ ਪੜ੍ਹ ਵੀ ਲਿਆ ਹੋਣਾ, ਭਾਸਕਰ ਸਾਹਿਬ ਦੱਸਣਗੇ ਕਿ ਉਹ ਟਵੀਟ ਕੀ ਹੈ। ਤੇ ਦੂਜੇ ਦੋ ਅਜੇ ਸ਼ਾਂਤ ਨੇ। ਜੇ ਮੈਂ ਦੂਜਿਆਂ ਦੋਨਾਂ ਦੀ ਸਥਿਤੀ ਸਮਝਣੀ ਹੋਵੇ ਉਹਨਾਂ ਦੇ ਰੂਪ ਵਿੱਚ ਬਹਿ ਕੇ, ਤੇ ਮੈਂ ਇੱਕ ਗੱਲ ਹੋਰ ਯਾਦ ਕਰਾ ਦਿਆਂ ਭਾਸਕਰ ਸਾਹਿਬ, ਗੱਲ ਲੰਬੀ ਨਾ ਹੋਵੇ ਤਾਂ ਇੰਨਾ ਕੁ ਕਹਿ ਦਿਆਂ ਕਿ ਚੰਗੇ ਭਲੇ ਵਿੱਤ ਮੰਤਰੀ ਸੀਗੇ ਮਨਪ੍ਰੀਤ ਬਾਦਲ ਸਰਦਾਰ ਪ੍ਰਕਾਸ਼ ਸਿੰਘ ਦੇ ਨਾਲ। ਕੀ ਫਰਕ ਸੀ? ਘਰ ਦੀ ਸਭ ਕੁਝ ਸੀ, ਜਦੋਂ ਮਰਜ਼ੀ ਜਾ ਕੇ ਤਾਇਆ ਜੀ ਦੇ ਕੋਲ ਬਹਿ ਕੇ ਗੱਲ ਕਰ ਲੈਂਦੇ ਸੀ, ਕਿਹੜਾ ਟਾਈਮ ਲੈਣਾ ਪੈਂਦਾ ਸੀ, ਘਰ ਦੀ ਘਰ 'ਚ ਸੀ। ਛੱਡ ਕੇ ਕਿਉਂ ਆਏ? ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਬਣਨਾ ਸੀ। ਉਹਨਾਂ ਨੇ ਪਾਰਟੀ ਬਣਾਈ, ਨਹੀਂ ਸਫਲ ਹੋਏ, ਉਹਨਾਂ ਨੇ ਅਗਲੀ ਪਾਰਟੀ ਜੁਆਇਨ ਕੀਤੀ ਇਹ ਸੋਚ ਕੇ ਕਿ ਕੈਪਟਨ ਅਮਰਿੰਦਰ ਤੋਂ ਬਾਅਦ ਮੈਂ ਹੀ ਆ। ਰਾਹੁਲ ਗਾਂਧੀ ਨਾਲ ਨੇੜਲੇ ਸੰਬੰਧ ਸੀ, ਕੰਮ ਨਾ ਆਏ, ਅਜੇ ਵੀ ਉਹ ਮੁੱਖ ਮੰਤਰੀ ਵਜੋਂ ਵੇਟਿੰਗ 'ਚ ਨੇ। ਤੇ ਤੀਜੇ ਬੰਨੇ ਜੇ ਮੈਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਜਗ੍ਹਾ ਹੋ ਕੇ ਵੇਖਾਂ, ਮੈਨੂੰ ਨਹੀਂ ਪਤਾ ਸੁਖਜਿੰਦਰ ਸਿੰਘ ਰੰਧਾਵਾ ਬਜਾਤੇ ਖੁਦ ਕੀ ਸੋਚਦੇ ਆ। ਮੈਂ ਬਿਲਕੁਲ ਤਸੱਵਰ ਕਰਨ ਲੱਗਿਆ, ਕਲਪਨਾ, ਕਿ ਜੇ ਮੈਂ ਉਹਨਾਂ ਦੀ ਜਗ੍ਹਾ ਹੋਵਾਂ ਤੇ ਮੈਂ ਜ਼ਰੂਰ ਸੋਚੂੰਗਾ ਕਿ ਜੇ ਦੁਬਾਰਾ ਕਾਂਗਰਸ ਜਿੱਤ ਆਉਂਦੀ ਆ ਤਾਂ ਮੇਰਾ ਤਾਂ ਕਿਤੇ ਨਾਂ ਨਿਸ਼ਾਨ ਵੀ ਨਹੀਂ ਮੁੱਖ ਮੰਤਰੀ ਵਜੋਂ। ਤੇ ਚੰਗਾ ਹੋਵੇ ਜੇ ਨਹੀਂ ਵੀ ਜਿੱਤ ਕੇ ਆਉਂਦੇ, ਚੰਨੀ ਸਾਹਿਬ ਵੀ ਚਲੇ ਜਾਣੇ ਆ। ਜੇ ਨਹੀਂ ਜਿੱਤਦੇ, ਸਿੱਧੂ ਸਾਹਿਬ ਉਹ ਛੱਡ ਜਾਣਗੇ। ਅਗਲੀ ਕਾਂਗਰਸ ਦੀ ਪ੍ਰਧਾਨਗੀ ਦੀ ਲੜਾਈ 'ਚ ਇੱਕ ਦੋਵਾਂ ਦੇ ਵਿੱਚ ਮੈਂ ਤਾਂ ਹੋਣਾ ਹੀ ਆ। ਤੇ ਮੈਨੂੰ ਐਮਐਲਏ ਰੱਖਣੇ ਆਉਂਦੇ ਆ ਤੇ ਐਮਐਲਏ ਮੈਨੂੰ ਠੋਕ ਕੇ ਸਪੋਰਟ ਵੀ ਕੀਤਾ। ਜੇਕਰ ਕਾਂਗਰਸ ਨਹੀਂ ਜਿੱਤਦੀ ਤੇ ਮੈਂ ਅਗਲੇ ਇੱਕ ਟਰਮ ਛੱਡ ਕੇ ਮੁੱਖ ਮੰਤਰੀ ਦਾ ਕੈਂਡੀਡੇਟ ਬਣ ਜਾਣਾ। ਐਤਕਾ ਮੇਰੀ ਵਾਰੀ ਨਹੀਂ ਆਉਣੀ। ਤੇ ਸ਼ਾਇਦ ਮਨਪ੍ਰੀਤ ਲਈ ਵੀ ਇਹੀ ਸਥਿਤੀ ਆ। ਤੇ ਸੁਨੀਲ ਜਾਖੜ ਵੀ ਰਾਹ ਰਸਤੇ 'ਚ ਇਹੋ ਲੱਭਦੇ ਫਿਰਦੇ ਆ, ਮੈਂ ਘੁੰਮ ਕੇ ਨਹੀਂ ਜਾਣਾ, ਹੁਣ ਸਿੱਧਿਆਂ ਹੀ ਆਉਣਾ। ਪਹਿਲਾਂ ਤਾਂ ਸੁਨੀਲ ਜਾਖੜ ਤੋਂ ਗੱਲ ਸ਼ੁਰੂ ਕਰ ਲਓ। ਅੱਜ ਟਵੀਟ ਸੋਹਣਾ ਕੀਤਾ ਉਹਨਾਂ ਨੇ। ਉਹਨਾਂ ਦਾ ਪਤਾ ਨਹੀਂ ਉੱਥੇ ਆਪਸ ਵਿੱਚ ਕੁਝ ਬਣਿਆ ਕਿ ਨਹੀਂ ਬਣਿਆ। ਇਧਰਲੇ ਬੰਨੇ ਅੰਦਰ ਦਾ ਜਵਾਰ ਭਾਟਾ, ਉਹ ਕਹਿੰਦੇ ਨਾ ਅੰਦਰ ਇੱਕ ਦੂਜੇ ਨਾਲ ਵੱਜ ਖਿਆਲ ਕਮਲੇ ਹੋਏ ਫਿਰਦੇ ਆ ਇਹਨਾਂ ਦੇ ਅੰਦਰ। ਕੀ ਕਹਿੰਦੇ ਹੋ? ਦੇਖੋ, ਸੁਨੀਲ ਜਾਖੜ ਉਹਨਾਂ ਪਿਛਲੇ ਦਿਨੋਂ ਜਿੰਨੇ ਵੀ ਟਵੀਟ ਉਹਨਾਂ ਨੇ ਛੱਡੇ, ਕੁਛ ਤੇ ਸੀਗੇ ਟੇਢੇ ਮੇਢੇ ਮਤਲਬ ਉਹ ਕਹਿਣਾ ਕੁਛ ਚਾਹੁੰਦੇ ਸੀ, ਇਸ਼ਾਰਾ ਦੂਜੀ ਤਰਫ ਕਰਦੇ ਸੀ। ਜਿੱਦਾਂ ਗੱਲ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਸੁਣਾਣਾ ਨੂੰਹ ਨੇ ਤੇ ਕਹਿਣਾ ਧੀ ਨੂੰ ਹੈ। ਉਹ ਇਸ ਤਰੀਕੇ ਨਾਲ ਉਹਨਾਂ ਨੇ ਕਈ ਟਵੀਟ ਛੱਡੇ। ਅੱਜ ਵੀ ਜਿਸ ਤਰੀਕੇ ਨਾਲ ਕੱਲ ਦੀ ਤਲਖੀ ਤੋਂ ਬਾਅਦ ਇੱਕ ਪਾਸੇ ਉਹ ਪੰਜਾਬ ਨੂੰ ਦੀਵਾਲੀ ਦੇ ਗਿਫਟ ਦੇਣ ਦੀ ਗੱਲ ਮੁੱਖ ਮੰਤਰੀ ਚੰਨੀ ਉਹਨਾਂ ਕਰ ਰਹੇ ਸੀਗੇ, ਉਸੇ ਵਕਤ ਸਿੱਧੂ ਉਹਨਾਂ ਇਹ ਗੱਲ ਕਹਿ ਰਹੇ ਸੀ ਵੀ ਇਹ ਲੋਲੀਪੌਪ ਪੋਲੀਟਿਕਸ ਦੇ ਮਗਰ ਨਾ ਜਾਣਾ, ਇਹਦੇ ਪੱਲੇ ਕੁਝ ਨਹੀਂ, ਕਿਉਂ ਪੌਣੇ 5 ਸਾਲ ਕੁਝ ਨਹੀਂ ਕੀਤਾ ਤੇ ਹੁਣ ਆਖਰੀ ਦੇ 2 ਮਹੀਨੇ ਦੇ ਵਿੱਚ ਤੁਹਾਨੂੰ ਲੋਲੀਪੌਪ ਦੇ ਕੇ ਵੋਟ ਮੰਗਣਾ ਚਾਹੁੰਦੇ ਆ। ਯਾਨੀ ਸਾਫ਼ ਉਹ ਚੰਨੀ ਉਹਨਾਂ ਦਾ ਵਿਰੋਧ ਕਰ ਰਹੇ ਸੀ। ਔਰ ਚੰਨੀ ਉਹਨਾਂ ਦੀ ਉਸ ਗੱਲ ਨੂੰ ਕਿ ਹੁਣ ਖਜ਼ਾਨਾ ਭਰਿਆ ਹੈ, ਖਜ਼ਾਨੇ ਦੇ ਉੱਤੇ ਕੋਈ ਅਸਰ ਨਹੀਂ ਹੋਣਾ, ਉਹ ਉਹਨਾਂ ਨੇ ਸਵਾਲ ਕੀਤਾ ਵੀ ਜੇ ਖਜ਼ਾਨਾ ਭਰਿਆ ਹੋਇਆ ਤੇ ਫਿਰ ਤੁਸੀਂ ਮੁਲਾਜ਼ਮਾਂ ਨੂੰ, ਜਿਹੜੇ ਟੈਂਕੀ ਤੇ ਚੜੇ ਹੋਏ ਟੀਚਰ ਨੂੰ, ਉਹਨਾਂ ਨੂੰ ਕੁਝ ਕਿਉਂ ਨਹੀਂ ਦਿੰਦੇ ਜੀ। ਇਸ ਟਾਈਮ ਜਿਹੜੀ ਪੰਜਾਬ ਦੀ ਪੋਲਿਟਿਕਸ ਚੱਲ ਰਹੀ ਹੈ, ਔਰ ਖਾਸ ਕਰਕੇ ਸਿੱਧੂ ਬਨਾਮ ਜਿਹੜੀ ਕੈਪਟਨ ਹੁੰਦੀ ਸੀ ਪਹਿਲੇ, ਹੁਣ ਸਿੱਧੂ ਬਨਾਮ ਚੰਨੀ ਹੈਗੀ ਹੈ, ਉਹਦੇ ਵਿੱਚ ਵੀ ਕਦੀ ਜਿੱਦਾਂ ਪਿੰਡਾਂ ਦੀ ਛਿੰਝ ਹੁੰਦੀ ਹੈ ਨਾ, ਕਦੀ ਸਾਡਾ ਭਲਵਾਨ ਉੱਤੇ ਤੇ ਕਦੀ ਤੁਹਾਡਾ ਭਲਵਾਨ ਉੱਤੇ, ਕਦੀ ਚੰਨੀ ਸਾਹਿਬ ਉੱਤੇ ਤੇ ਕਦੀ ਜਿਹੜਾ ਆਪਣੇ ਨਵਜੋਤ ਸਿੰਘ ਸਿੱਧੂ ਉਹਨਾਂ ਉੱਤੇ ਨਜ਼ਰ ਆਉਂਦੇ ਨੇ। ਪਰ ਕਾਫੀ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਥੱਲੇ ਨਜ਼ਰ ਆ ਰਹੇ ਸੀ, ਚੰਨੀ ਉੱਤੇ ਨਜ਼ਰ ਆ ਰਹੇ ਸੀ। ਔਰ ਅੱਜ ਵੀ ਜਿਹੜੇ ਦੇਹਰਾਦੂਨ ਦੀ ਤੁਸੀਂ ਫੋਟੋਆਂ ਦੇਖੀ ਹੋਣਗੀਆਂ ਟੀਵੀ 'ਚ, ਤੇ ਸ਼ੁਰੂ ਦੇ ਵਿੱਚ ਸੋਫਿਆਂ ਦੇ ਵਿੱਚ ਵੀ ਦੂਰੀ ਸੀਗੀ
ਇੱਕ ਪਾਸੇ ਬੈਠੇ ਸੀਗੇ ਨਵਜੋਤ ਸਿੰਘ ਸਿੱਧੂ ਹਰੀ ਪੱਗ ਬੰਨ ਕੇ ਤੇ ਹਰਾ ਜਿਹਾ ਰੁਮਾਲ ਗਲੇ 'ਚ ਟੰਗ ਕੇ, ਦੂਜੇ ਪਾਸੇ ਚੰਨੀ ਉਹਨਾਂ ਬਿਲਕੁਲ ਸੋਫੇ ਦੇ ਉਸ ਤਰਫ ਬੈਠੇ ਸੀਗੇ ਹਰੀਸ਼ ਚੌਧਰੀ ਦੇ ਨਾਲ। ਦੋਨਾਂ ਦੀ ਨਜ਼ਰਾਂ ਬਿਲਕੁਲ ਨਹੀਂ ਮਿਲੀ ਸੀ। ਤੋਤੇ ਰੰਗੀ ਔਰ ਦੋਨਾਂ ਦੀ ਨਜ਼ਰਾਂ ਬਿਲਕੁਲ ਨਹੀਂ ਬਣੀ ਸੀ। ਔਰ ਉਹਦੇ ਵਿੱਚ ਹੁਣ ਮੈਂ ਇੱਥੇ ਇੱਕ ਗੱਲ ਕਹਿਣਾ ਚਾਹੂੰਗਾ ਕਿ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਭਾਵੇਂ ਉਹ ਇਹ ਮਫਲਰ ਜਿਹਾ ਪਾ ਕੇ ਰੁਮਾਲ ਜਿਹਾ ਪਾ ਕੇ ਚੰਗੇ ਜ਼ਰੂਰ ਲੱਗਦੇ ਨੇ, ਪਰ ਲੋਕ ਬਹੁਤਾ ਇਹਨੂੰ ਲਾਈਕ ਨਹੀਂ ਕਰ ਰਹੇ। ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਅਸੀਂ ਮੇਰੇ ਖਿਆਲ ਨਾਲ ਨਵਜੋਤ ਸਿੰਘ ਸਿੱਧੂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਕਿ ਵੀ ਇਹ ਜਿਹੜਾ ਰੁਮਾਲ ਟੰਗਣ ਵਾਲਾ ਕੱਪੜੇ ਹੈਗੇ ਨਾ, ਇਹ ਥੋੜਾ ਜਿਹਾ ਰਾਜਨੀਤੀ ਦੇ ਵਿੱਚ, ਫਿਲਮਾਂ ਦੇ ਵਿੱਚ ਜਾਂ ਕਪਿਲ ਸ਼ੋਅ ਦੇ ਵਿੱਚ ਤੇ ਚੱਲਦੇ ਨੇ, ਪਰ ਰਾਜਨੀਤੀ ਦੇ ਵਿੱਚ ਕੋਈ ਬਹੁਤੇ ਵਧੀਆ ਨਹੀਂ ਲੱਗਦੇ। ਪਰ ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਕੱਪੜਿਆਂ ਦੇ ਉੱਤੇ ਕੋਈ ਕਮੈਂਟ ਕਰਨ ਦਾ। ਮੈਂ ਇਹਦੇ ਚ ਇੱਕ ਐਡ ਆਨ ਕਰਦਿਆਂ ਫਿਰ ਮੁੜ ਕੇ ਭੁੱਲ ਜਾਂਦੀ ਗੱਲ। ਕੱਲ ਇੱਕ ਤੋਂ ਵੱਧ MLAs ਨਾਲ ਮੇਰੀ ਗੱਲ ਹੋਈ ਜਿਹੜੇ ਇੱਧਰ ਉੱਧਰ ਨਵਜੋਤ ਸਿੰਘ ਸਿੱਧੂ ਨੂੰ ਮਿਲੇ। ਉਹ ਕਹਿੰਦੇ ਕਿ ਉਹਨਾਂ ਦੇ ਅੰਦਰ ਬੇਚੈਨੀ ਸੀ, ਥੋੜੇ ਤਲਕ ਸੀਗੇ, ਗੱਲਬਾਤ ਦਾ ਹੁੰਗਾਰਾ ਨਹੀਂ ਸੀ ਭਰ ਰਹੇ, ਉਲਝੇ ਸੀਗੇ। ਕੱਲ ਉਹ ਭਾਸ਼ਣ ਜ਼ਰੂਰ ਤਿਆਰੀ ਕਰਕੇ ਦੇ ਗਏ, ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਗੱਲਾਂ ਕਰ ਗਏ, ਪਰ ਉਂਝ ਉਹ ਬਹੁਤ ਉਖੜੇ ਹੋਏ ਸੀ। ਅੱਜ ਜਦੋਂ ਰਾਤ ਦੀ ਮੀਟਿੰਗ ਪ੍ਰਗਟ ਸਿੰਘ ਦੇ ਘਰ ਹਰੀਸ਼ ਚੌਧਰੀ ਨਾਲ ਹੋਈ ਤੇ ਉਸ ਤੋਂ ਬਾਅਦ ਸ਼ਾਇਦ ਉਹਨਾਂ ਨੂੰ ਕੇਦਾਰਨਾਥ ਜਾਣ ਲਈ ਮਨਾਇਆ ਗਿਆ, ਜਾਂ ਹਰੀਸ਼ ਰਾਵਤ ਨੂੰ ਇੱਕ ਤਰ੍ਹਾਂ ਨਾਲ ਘਰ ਜਾ ਕੇ ਫੇਰਵਲ ਦੇਣ ਵਰਗੀ ਗੱਲ ਹੋਈ, ਕਿਉਂਕਿ ਸਪੀਕਰ ਸਾਹਿਬ ਵੀ ਗਏ, ਰਾਣਾ KP ਬੜੇ ਦਿਆਨਤਦਾਰ ਸਿਆਸਤਦਾਨ ਨੇ, ਤੇ ਮੈਨੂੰ ਇੰਝ ਲੱਗਦਾ ਵੀ ਇਹਨਾਂ ਨੂੰ ਮਨਾ ਲਿਆ ਗਿਆ ਕਿ ਤੁਹਾਡੇ ਲਈ ਵੀ ਹਰੀਸ਼ ਰਾਵਤ ਨੇ ਬਥੇਰੀ ਲੜਾਈ ਲੜੀ ਆ, ਚੱਲੀਏ, ਆਓ ਉਹਨਾਂ ਨੂੰ ਥੈਂਕਸ ਕਹਿ ਕੇ ਆਈਏ। ਤੇ ਉਸ ਤੋਂ ਬਾਅਦ ਕਿਉਂਕਿ ਸਿੱਧੂ ਸਾਹਿਬ ਤੁਹਾਨੂੰ ਪਤਾ ਹੀ ਹੈ ਕਿ ਧਾਰਮਿਕ ਨੇ, ਉਹਨਾਂ ਦੀ ਆਸਥਾ ਜਿੰਨੀ ਸਿੱਖੀ ਚ ਆ ਉਨੀ ਹਿੰਦੂ ਧਰਮ ਚ ਵੀ ਆ, ਤੇ ਉਹਨਾਂ ਦਾ ਵੀ ਕੇਦਾਰਨਾਥ ਜਾਣਾ। ਸੋ ਮੈਂ ਹੁਣ ਤੁਹਾਡੀ ਟਿੱਪਣੀ ਅੱਗੇ ਵਧਾਉਣਾ ਚਾਹੂੰਗਾ ਜੀ। ਚਲੋ ਆਪਾਂ ਕੱਪੜਿਆਂ ਦੀ ਗੱਲ ਕਰਕੇ ਹਟਿਆ, ਤੁਸੀਂ ਵਿੱਚ ਇਹ ਗੱਲ ਬੜੀ ਵਧੀਆ ਕੀਤੀ ਹੈ ਕਿ ਜੋ ਆਸਥਾ ਦੀ ਗੱਲ ਹੈਗੀ ਆ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਣਾ ਐਜ਼ ਹਿੰਦੂ ਤੇ ਐਜ਼ ਸਿੱਖ ਜਾਂ ਸਿੱਖ ਧਰਮ ਦੇ ਨਾਤੇ ਉਹਨਾਂ ਦੀ ਜਿਹੜੀ ਆਸਥਾ ਹੈਗੀ ਹੈ ਉਹ ਇੱਕ ਬਤੌਰ ਵਧੀਆ ਮੰਨੇ ਜਾਂਦੇ ਨੇ। ਮੈਂ ਗੱਲ ਕਰ ਰਿਹਾ ਸੀਗਾ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਤੇ ਚੰਨੀ ਦੀ ਲੜਾਈ ਪਿੰਡਾਂ ਦੇ ਛਿੰਝ ਵਰਗਾ ਬਣ ਗਈ ਹੈ, ਕਦੀ ਸਾਡਾ ਪਹਿਲਵਾਨ ਉੱਤੇ ਤੇ ਕਦੀ ਤੁਹਾਡਾ ਪਹਿਲਵਾਨ ਉੱਤੇ। ਔਰ ਨਵਜੋਤ ਸਿੰਘ ਸਿੱਧੂ ਪਿਛਲੇ 5-7 ਦਿਨਾਂ ਤੋਂ ਥੱਲੇ ਨਜ਼ਰ ਆ ਰਹੇ ਸੀਗੇ। ਔਰ ਇੱਥੇ ਤੱਕ ਗੱਲਾਂ ਆ ਗਈ ਸੀਗੀ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਹਾਈ ਕਮਾਨ ਨੇ ਪੂਰਾ ਥਾਪਾ ਦੇ ਦਿੱਤਾ ਹੈ ਕਿ ਰੋਡ ਮੈਪ ਤਿਆਰ ਕਰੋ, ਅਗਲੇ ਇਲੈਕਸ਼ਨ ਦੀ ਪੂਰੀ ਤਿਆਰੀ ਕਰੋ, ਕਿੱਦਾਂ ਕੈਂਪੇਨ ਕਰਨਾ ਤੇ ਕੀ ਫੈਸਲੇ ਲੈਣੇ ਆ ਇਸ ਕੈਬਨਿਟ ਦੇ ਵਿੱਚ। ਉਹਦਾ ਵੀ ਇੱਕ ਬਲੂਪ੍ਰਿੰਟ ਤਿਆਰ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਸੀਗਾ, ਜਿਹਦਾ ਇੰਪਲੀਮੈਂਟੇਸ਼ਨ ਕੱਲ ਅਸੀਂ ਦੇਖਿਆ। ਜਿਹੜਾ ਬਿਜਲੀ 3 ਰੁਪਏ ਸਸਤੀ ਕਰ ਰਹੀ ਹੈ, ਇੱਕ ਬੜਾ ਵੱਡਾ ਪੁਆਇੰਟ ਸੀਗਾ ਜਿਹਦੇ ਉੱਤੇ ਸਰਕਾਰ ਖੱਟਦੀ ਹੋਈ ਨਜ਼ਰ ਆਉਂਦੀ ਸੀ। ਭਾਵੇਂ ਮਹੀਨੇ 3 ਰਹਿ ਗਏ ਨੇ, ਪਰ ਇੰਨਾ ਵੱਡਾ ਫੈਸਲਾ ਕੋਈ ਦੂਜੀ ਸਰਕਾਰ ਆ ਕੇ ਉਹ ਚੇਂਜ ਕਰਨਾ ਬੜਾ ਔਖਾ ਹੁੰਦਾ ਹੈ, ਕਿਉਂਕਿ ਜਦ ਕੋਈ ਦੂਜੀ ਸਰਕਾਰ, ਭਾਵੇਂ ਇਹ ਸਰਕਾਰੀ ਦੁਬਾਰਾ ਰਿਪੀਟ ਹੁੰਦੀ ਹੈ, ਜੇ ਇਸ ਫੈਸਲੇ ਨੂੰ ਪਲਟਦੇ ਆ ਤੇ ਲੋਕ ਵੀ ਇਸ ਗੱਲ ਦਾ ਵਿਰੋਧ ਕਰਨਗੇ ਔਰ ਅੱਗੇ ਆਉਣ ਵਾਲੀ ਚੋਣਾਂ ਦੇ ਵਿੱਚ ਇਸ ਗੱਲ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਏਗਾ। ਪਰ ਚਲੋ ਕੱਲ ਇੱਕ ਵਧੀਆ ਗੱਲ ਹੋਈ, ਲੋਕਾਂ ਨੂੰ ਬਿਜਲੀ ਸਸਤੀ ਮਿਲਣ ਦੀ ਗੱਲ ਹੋਈ, ਪਰ ਚੰਨੀ ਉਹਨਾਂ ਨੇ ਜਿਹੜੀ ਖੀਰ ਤਿਆਰ ਕੀਤੀ ਸੀਗੀ ਉਹਦੇ ਵਿੱਚ ਮੱਖੀ ਪਾ ਗਏ ਨਵਜੋਤ ਸਿੰਘ ਸਿੱਧੂ, ਜੋ ਉਸ ਖੀਰ ਨੂੰ, ਉਸ ਦੀਵਾਲੀ ਗਿਫਟ ਨੂੰ ਲੋਲੀਪੌਪ ਵਾਲੀ ਪੋਲਿਟਿਕਸ ਨੂੰ ਕਹਿ ਕੇ ਰੈਫਰ ਕੀਤਾ। ਉਹਦੇ ਵਿੱਚ ਇਹ ਲੱਗ ਰਿਹਾ ਸੀਗਾ ਕਿ ਕੀ ਮਨਸ਼ਾ ਹੈਗੀ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਦੀ, ਜਿਹੜੀ ਆਪ ਦੀ ਪਾਰਟੀ ਆਪ ਦੇ 13 ਨੁਕਾਤੀ ਪ੍ਰੋਗਰਾਮ ਦੇ ਵਿੱਚ ਬਿਜਲੀ ਸਸਤੀ ਕਰਨ ਦੀ ਗੱਲ ਉਹ ਕਈ ਵਾਰ ਕਹਿ ਚੁੱਕੇ ਨੇ ਕਿ ਬਿਜਲੀ ਸਸਤੀ ਕਰਨੀ ਚਾਹੀਦੀ ਹੈ। ਜਦ ਬਿਜਲੀ ਸਸਤੀ ਹੋ ਰਹੀ ਹੈ ਫਿਰ ਉਹਨੂੰ ਉਹ ਲੋਲੀਪੌਪ ਪੋਲਿਟਿਕਸ ਕਰਦੇ ਆ, ਤੇ ਇਹਦੇ ਪਿੱਛੇ ਰਾਜਨੀਤੀ ਤੇ ਚੱਲ ਰਹੀ ਸੀਗੀ। ਅੱਜ ਅਚਾਨਕ ਕੇਦਾਰਨਾਥ ਚਲੇ ਗਏ, ਕੇਦਾਰਨਾਥ ਦੇ ਵਿੱਚ ਇੱਕ ਦੂਜੇ ਨਾਲ ਨਜ਼ਰਾਂ ਨਹੀਂ ਮਿਲਾਈਆਂ, ਫੋਟੋ ਸ਼ੇਅਰ ਕੀਤੀ ਹੁੰਦੀ ਹੈ। ਜਿੱਦਾਂ ਜ਼ਬਰਦਸਤੀ ਕਿਸੇ ਦਾ ਵਿਆਹ ਕਰਾਈ ਜਾਂਦਾ ਨਾ, ਉਹ ਵੋਟੀ ਵੱਲ ਨਹੀਂ ਵੇਖਦਾ, ਉਹ ਵੋਟੀ ਹਸਬੈਂਡ ਵੱਲ ਨਹੀਂ ਵੇਖਦੀ। ਐਦਾਂ ਦੀ ਤਸਵੀਰਾਂ ਸ਼ੇਅਰ ਹੋਈ ਦੇਹਰਾਦੂਨ ਤੋਂ ਵੀ ਔਰ ਕੇਦਾਰਨਾਥ ਤੋਂ ਵੀ, ਤਕਰੀਬਨ ਐਦਾਂ ਦੇ ਹੀ ਤਸਵੀਰਾਂ ਸੀਗੀ ਜਿਹਦੇ ਵਿੱਚ ਚਿਹਰੇ ਦੇ ਵਿੱਚ ਖੁਸ਼ੀ ਜੀ ਨਹੀਂ ਨਜ਼ਰ ਆਉਂਦੀ ਸੀ, ਭਾਵੇਂ ਇਕੱਠੇ ਹੋ ਕੇ ਫੋਟੋ ਜ਼ਰੂਰ ਖਿਚਾਈ ਸੀ। ਅੱਗੇ ਚੱਲ ਕੇ ਇਹ ਰਾਜਨੀਤੀ ਕਿਸ ਪਾਸੇ ਜਾਏਗੀ, ਔਰ ਇਸ ਰਾਜਨੀਤੀ ਦੇ ਵਿੱਚ ਜਿਹੜੇ ਦੂਜੇ ਤੀਜੇ ਚੌਥੇ ਪਲੇਅਰ ਨੇ ਜਿਨ੍ਹਾਂ ਦਾ ਨਾਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਲਿੱਤਾ, ਖਾਸ ਕਰਕੇ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਹੈਗੇ ਨੇ ਮਨਪ੍ਰੀਤ ਬਾਦਲ, ਉਹਨਾਂ ਚੰਨੀ ਉਹਨਾਂ ਦੇ ਨਾਲ ਪਹਿਲੇ ਦਿਨ ਤੋਂ, ਜਦੋਂ ਤੋਂ ਮੁੱਖ ਮੰਤਰੀ ਬਣੇ ਨੇ, ਤੁਸੀਂ ਇਹ ਦੇਖਿਆ ਹੋਵੇਗਾ ਕਿ ਉਹ ਚੰਨੀ ਉਹਨਾਂ ਦਾ ਨਾਲ ਦਾ ਘਰ ਹੈਗਾ, ਕੰਧ ਲੱਗਦੀ ਹੈ। ਚੰਨੀ ਉਹਨਾਂ ਆਪਣੇ ਘਰੋਂ ਨਿਕਲਦੇ ਨੇ, ਮਨਪ੍ਰੀਤ ਬਾਦਲ ਦੇ ਘਰੇ ਜਾਂਦੇ ਨੇ, ਉੱਥੇ 15 ਮਿੰਟ ਘੰਟਾ ਬੈਠਦੇ ਨੇ, ਫਿਰ ਵਾਪਿਸ ਆ ਜਾਂਦੇ ਨੇ। ਤੇ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਬਾਰ-ਬਾਰ ਦਿਖਾਈ ਗਈ, ਘੱਟ ਤੋਂ ਘੱਟ 4 ਵਾਰ ਮੈਂ ਇਹ ਸੀਨ ਦੇਖ ਚੁੱਕਿਆ, ਜਦ ਚੰਨੀ ਉਹਨਾਂ ਆਪਣੇ ਘਰੋਂ ਨਿਕਲ ਕੇ, ਮੀਡੀਆ ਵਾਲੇ ਉਹਨਾਂ ਨੂੰ ਫੋਲੋ ਕਰਦੇ ਨੇ ਤੇ ਉਹ ਮਨਪ੍ਰੀਤ ਦੇ ਘਰੇ ਜਾ ਕੇ ਬਹਿ ਜਾਂਦੇ ਨੇ,
ਭਾਵੇਂ ਚਾਹ ਪੀਂਦੇ ਨੇ, ਭਾਵੇਂ ਪਾਣੀ ਪੀਂਦੇ ਨੇ, ਪਰ ਉਹ ਇੱਕ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੋਨੋਂ ਇੱਕੋ ਹੀ ਨੇ, ਪੜੋਸੀ ਨਹੀਂ। ਔਰ ਜਿਸ ਤਰੀਕੇ ਨਾਲ ਚੰਨੀ ਉਹਨਾਂ ਨੇ ਮਨਪ੍ਰੀਤ ਬਾਦਲ ਦਾ ਧੰਨਵਾਦ ਕੀਤਾ, ਕਿਉਂਕਿ ਕਿਸੇ ਨਾ ਕਿਸੇ ਜਗ੍ਹਾ ਚੰਨੀ ਉਹਨਾਂ ਅਗਰ ਅੱਜ ਮੁੱਖ ਮੰਤਰੀ ਬਣੇ ਤੇ ਉਹਦੇ ਵਿੱਚ ਮਨਪ੍ਰੀਤ ਬਾਦਲ ਉਹਨਾਂ ਦਾ ਵੀ ਹੱਥ ਸੀਗਾ। ਔਰ ਜਿੰਨੇ ਅਫਸਰ ਲਾਏ ਜਾਂਦੇ ਨੇ ਸਿਆਸੀ ਹਲਕੇ ਦੇ ਵਿੱਚ, ਇਹ ਗੱਲ ਬੜੀ ਆਮ ਹੈ ਕਿ ਭਾਵੇਂ ਉਹ ਚੀਫ ਸੈਕਟਰੀ ਹੋਏ, ਭਾਵੇਂ ਉਹ ਫਾਈਨੈਂਸ਼ੀਅਲ ਸੈਕਟਰੀ ਹੋਏ, ਉਹ ਸਾਰੇ ਦੇ ਸਾਰੇ ਮਨਪ੍ਰੀਤ ਬਾਦਲ ਦੀ ਸਲਾਹ ਦੇ ਨਾਲ ਲਾਏ ਗਏ ਨੇ। ਏਜੀ ਦਾ ਤੇ ਡੀਜੀਪੀ ਦਾ ਤੇ ਮੈਨੂੰ ਨਹੀਂ ਪਤਾ, ਪਰ ਜ਼ਿਆਦਾਤਰ ਅਫਸਰ ਉਹ ਮਨਪ੍ਰੀਤ ਬਾਦਲ ਉਹਨਾਂ ਦੀ ਜਿਹੜੇ ਕਰੀਬੀ ਹੈਗੇ ਸੀ, ਉਹਨਾਂ ਨੂੰ ਹੀ ਵੱਡੀ ਵੱਡੀ ਮੈਂ ਹਾਂ ਇਹਨੂੰ ਗੱਲ ਨੂੰ ਅੱਗੇ ਇਸ ਤਰ੍ਹਾਂ ਵਧਾਉਣਾ ਚਾਹੂੰਗਾ। ਤੁਸੀਂ ਕਹਿੰਦੇ ਹੋ ਕਿ ਨਾ ਨਜ਼ਰ ਮਿਲੀ ਤੇ ਨਾ ਕਦਮ ਮਿਲੇ, ਫੋਟੋਆਂ ਵੀ ਕੁਝ ਹੋਰ ਕਹਿੰਦੀਆਂ ਰਹੀਆਂ, ਪਰ ਇੱਧਰ ਐਵੇਂ ਹੀ ਸੀਨੇ ਤੇ ਸੱਪ ਲੇਟਦੇ ਰਹਿ ਗਏ, ਇੱਥੇ ਐਵੇਂ ਕਾਲਜਾ ਮੂੰਹ ਨੂੰ ਆਉਂਦਾ ਫਿਰਦਾ ਸੀ। ਮੈਂ ਇਹ ਜ਼ਰੂਰ ਜਾਣਨਾ ਹੈ ਤੁਹਾਡੇ ਕੋਲੋਂ ਕਿ ਜਦੋਂ ਮਨਪ੍ਰੀਤ ਬਾਦਲ ਨੇ ਇਹ ਕਹਿ ਕੇ ਕਿ ਚੰਨੀ ਸਾਹਿਬ ਦੀ ਸਿਆਸਤ ਨੂੰ ਅੱਗੇ ਵਧਾ ਕੇ ਕਾਂਗਰਸ ਹਾਈ ਕਮਾਂਡ ਨੇ ਉੱਤਰੀ ਭਾਰਤ ਵਿੱਚ ਪਹਿਲੇ ਅਨੁਸੂਚਿਤ ਜਾਤੀਆਂ ਚੋਂ ਮੁੱਖ ਮੰਤਰੀ ਲਾਏ ਆ, ਉਦੋਂ ਉਹਨਾਂ ਨੇ ਇਨੀਸ਼ੀਏਟ ਕੀਤਾ ਔਰ ਸਭ ਤੋਂ ਪਹਿਲੀ ਪਹਿਲ ਸੀ ਉਹਨਾਂ ਦੀ, ਜਦੋਂ ਮੁੱਖ ਮੰਤਰੀ ਦੀ ਅਜੇ ਸਹੁੰ ਨਹੀਂ ਸੀ ਚੁੱਕੀ ਗਈ, ਇੰਜ ਜ਼ਾਹਰ ਕੀਤਾ ਗਿਆ ਸੀ ਮਨਪ੍ਰੀਤ ਬਾਦਲ ਵੱਲੋਂ ਜਿਵੇਂ ਰਾਹੁਲ ਗਾਂਧੀ ਨਾਲ ਕੰਸਲਟ ਕੀਤਾ ਗਿਆ ਹੋਵੇ ਮਨਪ੍ਰੀਤ ਬਾਦਲ ਨੂੰ ਵੀ। ਇਹ ਹਾਈ ਕਮਾਂਡ ਨਾਲ ਮਨਪ੍ਰੀਤ ਬਾਦਲ ਦੀ ਸਲਾਹ ਜਾਂ ਉਹਨਾਂ ਨੇ ਅੱਗੇ ਨਾਮ ਵਧਾਏ ਜਾਣ ਦੀਆਂ ਕਨਸੋਆਂ ਤੇ ਚੱਲਦੀਆਂ ਰਹੀਆਂ, ਪਰ ਮਨਪ੍ਰੀਤ ਬਾਦਲ ਬੜੇ ਖਿਡਾਰੀ ਨੇ ਤਗੜੇ। ਪ੍ਰਕਾਸ਼ ਸਿੰਘ ਬਾਦਲ ਵਰਗੀ ਰਾਜਨੀਤੀ ਦੇ ਮਾਹਰ ਨੇ, ਉਹਨਾਂ ਨੂੰ ਪਤਾ ਸੀ ਕਿ ਮੇਰੀ ਸੁਖਬੀਰ ਬਾਦਲ ਦੇ ਹੁੰਦਿਆਂ ਉੱਥੇ ਵੱਡੀ ਕੁਰਸੀ ਤੱਕ ਪਹੁੰਚ ਨਹੀਂ ਬਣਨੀ, ਤੇ ਉਹ ਇੱਧਰ ਆਏ ਤੇ ਇੱਧਰਲੀ ਵੱਡੀ ਕੁਰਸੀ ਕਿਸੇ ਹੋਰ ਦੇ ਹੱਥ 'ਚ ਜਾਂਦੀ ਸੀ। ਸੁਨੀਲ ਜਾਖੜ ਨਾਲ ਵੀ ਮਾਲਵੇ ਦਾ ਸ਼ਰੀਕਾ ਹੈ ਉਧਰਲੇ ਖਿੱਤਿਆਂ ਦਾ, ਤੇ ਸੁਖਜਿੰਦਰ ਰੰਧਾਵੇ ਨਾਲ ਉਹ ਜੱਟਪੁਣੇ ਦਾ ਸ਼ਰੀਕਾ ਵੀ ਹੈ, ਤੇ ਪਤਾ ਜਿਹੜਾ ਇੱਕ ਵਾਰੀ ਚੜ ਗਿਆ ਪਲਾਕੀ ਮਾਰ ਕੇ ਉਹਨੇ ਉਤਰਨਾ ਨਹੀਂ। ਤੇ ਨਵਜੋਤ ਸਿੰਘ ਸਿੱਧੂ ਨਾਲ ਤੇ ਛੱਤੀ ਦਾ ਅੰਕੜਾ ਬਣਦਾ ਹੀ ਆ, ਸਿਆਸੀ ਮਜਬੂਰੀਆਂ ਨੇ, ਇਹ ਵੀ ਸ਼ਰੀਕੇਬਾਜ਼ੀਆਂ ਨੇ। ਸੋ ਚੰਨੀ ਨੂੰ ਅੱਗੇ ਵਧਾ ਕੇ ਬਤੌਰ ਮੁੱਖ ਮੰਤਰੀ ਮਨਪ੍ਰੀਤ ਬਾਦਲ ਨੇ ਸੁੱਖ ਦਾ ਸਾਹ ਲਿਆ ਕਿ ਫਾਰ ਦਾ ਟਾਈਮ ਬੀਇੰਗ ਇਸ ਲੜਾਈ 'ਚ ਮੈਂ ਕਾਇਮ ਆ। ਤੇ ਇਹੀ ਸੋਚ ਕੇ ਸ਼ਾਇਦ ਹੁਣ ਜਿਹੜੀ ਸਥਿਤੀ ਅੱਗੇ ਵੱਧ ਰਹੀ ਆ, ਮੈਂ ਇਹੀ ਜਾਣਨਾ ਤੁਹਾਡੇ ਤੋਂ ਚਾਹੁੰਦਾ ਹੈ ਕਿ ਕੀ ਜਿਹੜਾ ਪਹਿਲਾ ਸਵਾਲ ਸੀ ਮੇਰਾ ਕਿ ਸੁਨੀਲ ਜਾਖੜ ਇਨੀਸ਼ੀਅਲ ਸਟੇਜ ਦੇ ਉੱਤੇ ਹਾਈ ਕਮਾਂਡ ਉਹਨਾਂ ਨੂੰ ਮਨਾਉਂਦੀ ਲੱਗਦੀ ਸੀ, ਹੁਣ ਸਿੱਧੂ ਨਾਲ ਤਾਂ ਬਿਠਾਤਾ ਜਾਂਦਾ ਹੈ ਮੁੱਖ ਮੰਤਰੀ ਨੂੰ, ਪਰ ਸਾਬਕਾ ਪ੍ਰਧਾਨ ਦੇ ਨੇੜੇ ਤੇੜੇ ਵੀ ਨਹੀਂ ਗੱਲ ਵੱਧ ਰਹੀ, ਕੋਈ ਵਿੱਚ ਵਿਚੋਲਾ ਵੀ ਨਹੀਂ ਪੈ ਰਿਹਾ, ਕੋਈ ਹਾਈ ਕਮਾਂਡ ਵੀ ਨਹੀਂ ਪੈ ਰਹੀ। ਤੇ ਉਹਨਾਂ ਦਾ ਦਰਦ ਛਲਕ ਜਾਂਦਾ ਜਾਖੜ ਸਾਹਿਬ ਦਾ, ਜਦੋਂ ਉਹ ਕਹਿੰਦੇ ਆ ਇੰਦਰਾ ਗਾਂਧੀ ਨੂੰ ਲੈ ਕੇ 31 ਵਾਲੇ ਦਿਨ, ਤੇ ਅੱਜ ਉਹ ਕਹਿੰਦੇ ਆ ਵੀ ਇਹ ਸਿਆਸੀ ਸ਼ਰਧਾਲੂ ਆ, ਤੇ ਨਾਲ ਬੜੀ ਸਟੀਕ ਟਿੱਪਣੀ ਕਰਦੇ ਆ। ਮੈਨੂੰ ਦੱਸਿਓ ਹੌਲੀ ਹੌਲੀ ਕਿਤੇ ਜਾਖੜ ਸਾਹਿਬ ਸਿੱਧੂ ਤੋਂ ਪਹਿਲਾਂ ਕਿਸੇ ਹੋਰ ਰੰਗ 'ਚ ਰੰਗੇ ਜਾਣਗੇ, ਗਲ ਦੇ ਵਿੱਚ ਕਿਸੇ ਹੋਰ ਦਾ ਚੋਣ ਨਿਸ਼ਾਨ ਵਾਲਾ ਜਿਹੜਾ ਸਾਫਾ ਹੁੰਦਾ ਉਹ ਪੈ ਜਾਊਗਾ। ਸੁਨੀਲ ਜਾਖੜ ਦੇ ਦਰਦ ਦੀ ਕੋਈ ਥਾਂ ਪਾਉਂਦੇ ਹੋ ਥੋੜੀ ਬਹੁਤੀ? ਦੇਖੋ, ਤੁਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀ ਵੀ ਸੁਨੀਲ ਜਾਖੜ ਹੋਣਾ, ਉਹ ਦਲੀਪ ਕੁਮਾਰ ਵਾਲੀ ਇੱਕ ਫਿਲਮ ਸੀਗੀ ਜਿਹੜੇ ਬੂਹੇ ਖੜਕਾ ਕੇ ਆਪਣੀ ਗੱਲ ਕਰਦੇ ਸੀਗੇ, ਔਰ ਇਹ ਹਾਲਾਤ ਬਿਲਕੁਲ ਬਣੇ ਹੋਏ ਨੇ। ਜਿਹੜੀ ਦਲੀਪ ਕੁਮਾਰ ਦੀ ਫਿਲਮ ਸੀਗੀ, ਸੌਰੀ, ਉਹਦੇ ਵਿੱਚ ਅੱਜ ਜਾਖੜ ਸਾਹਿਬ ਟਵੀਟ ਛੱਡ ਕੇ ਕਦੀ ਇਸ ਪਾਸੇ ਦਾ ਟਵੀਟ ਕਰਦੇ ਨੇ, ਕਦੀ ਉਸ ਪਾਸੇ ਦਾ ਟਵੀਟ ਕਰਦੇ ਨੇ, ਪਰ ਉਹ ਕਾਂਗਰਸ ਨੂੰ ਡਿਸਟਰਬ ਕਰਨ ਵਾਲੇ ਟਵੀਟ ਤੇ ਕਰ ਰਹੇ ਨੇ, ਔਰ ਆਪਣੀ ਨਾਰਾਜ਼ਗੀ ਉਹ ਟਵੀਟ ਦੇ ਜ਼ਰੀਏ ਪੇਸ਼ ਕਰ ਰਹੇ ਨੇ, ਦੱਸਦੇ ਨੇ। ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਬਣਾਉਣ ਦੀ ਗੱਲ ਹੋਏ, ਉਹਦੇ ਉੱਤੇ ਵੀ ਕਈ ਵਾਰ ਉਹਨਾਂ ਨੇ ਟਵੀਟ ਛੱਡਿਆ। ਅਰੂਸਾ ਆਲਮ ਦੇ ਮੁੱਦੇ ਦੀ ਗੱਲ ਹੋਏ, ਉਹਦੇ ਵਿੱਚ ਵੀ ਟਵੀਟ ਦਾਏ ਬਾਏ ਤੋਂ ਛੱਡ ਕੇ ਉਹ ਆਪਣੀ ਰਾਜਨੀਤੀ ਨੂੰ ਚਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਹਾਲਾਤ ਪੰਜਾਬ ਦੇ ਵਿੱਚ ਇੱਦਾਂ ਦੇ ਨੇ, ਕਿਉਂਕਿ ਓਵਰਆਲ ਪੋਲਿਟਿਕਸ ਨੂੰ ਅਗਰ ਆਪਾਂ ਦੇਖੀਏ, ਕੈਪਟਨ ਅਮਰਿੰਦਰ ਸਿੰਘ ਇਸ ਗੱਲ ਦਾ ਫੈਸਲਾ ਕਰ ਚੁੱਕੇ ਨੇ ਕਿ ਉਹ ਕਾਂਗਰਸ ਛੋੜਨਗੇ, ਪਰ ਕਾਂਗਰਸ ਅਜੇ ਛੱਡ ਨਹੀਂ ਰਹੇ। ਉਹ ਕਹਿੰਦੇ ਨੇ 10-12 ਦਿਨ ਅਗਰ ਹੋਰ ਵੀ ਮੈਂ ਕਾਂਗਰਸ ਵਿੱਚ ਰਹਿ ਜਾਊਂਗਾ ਤੇ ਕਾਂਗਰਸ ਨੂੰ ਕੀ ਫਰਕ ਪਏਗਾ। ਇਸ ਦੌਰਾਨ ਖਬਰਾਂ ਫੈਲਦੀ ਹੈ ਕਿ ਕਾਂਗਰਸ ਦੇ ਵਿੱਚ ਸੋਨੀਆ ਗਾਂਧੀ ਦੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਈ ਗੱਲਬਾਤ ਚੱਲਦੀ ਹੈ। ਭਾਜਪਾ ਦੇ ਨਾਲ ਅਮਿਤ ਸ਼ਾਹ ਨੂੰ ਮਿਲਣ ਕੈਪਟਨ ਅਮਰਿੰਦਰ ਸਿੰਘ ਦਿੱਲੀ ਜਾਂਦੇ ਨੇ, ਅਮਿਤ ਸ਼ਾਹ ਉਹਨਾਂ ਨੂੰ ਨਹੀਂ ਮਿਲਦੇ, ਉਹਦੀ ਵਜ੍ਹਾ ਚਾਹੇ ਜੋ ਮਰਜ਼ੀ ਹੋਏ, ਪਰ ਜਿਹੜੀ ਕਵਾਇਦ ਸ਼ੁਰੂ ਕੀਤੀ ਸੀਗੀ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਨਾਲ ਨਜ਼ਦੀਕੀਆਂ ਵਧਾਉਣ ਦੀ, ਉਹ ਕਿਸੇ ਨਾ ਕਿਸੇ ਜਗ੍ਹਾ ਗੱਲ ਬਣ ਨਹੀਂ ਰਹੀ। ਉਹਦੀ ਦੋ ਵਜ੍ਹਾ ਹੋ ਸਕਦੀ ਹੈ, ਕਿਉਂਕਿ ਜਦ ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਦੇ ਨਾਲ ਅੱਟੀ ਸੱਟੀ ਲਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਇੱਕ ਵੱਡਾ ਥੈਲਾ, ਵੱਡਾ ਟੈਚੀ ਕੇਸ ਦਿਖਾਇਆ ਸੀਗਾ, ਇਹਦੇ ਵਿੱਚ 22 ਐਮਐਲਏ ਦੀ ਲਿਸਟ ਵੀ ਸੀਗੀ, G20 ਸੀਰੀਜ਼ ਦੇ ਕੁਝ ਲੀਡਰ ਵੀ ਸੀਗੇ, ਤੇ ਕਿਸਾਨੀ ਅੰਦੋਲਨ ਦਾ
ਜਿਹੜਾ ਸੋਲੂਸ਼ਨ ਹੈਗਾ ਉਹ ਵੀ ਉਸ ਅਟੈਚੀ ਉਸ ਬੈਗ ਦੇ ਵਿੱਚ ਸੀਗਾ। ਪਰ ਜਦ ਤੱਕ ਉਹ ਗੱਲ ਮੈਚਿਓਰ ਹੁੰਦੀ ਉਹ ਅਟੈਚੀ ਤਕਰੀਬਨ ਖਾਲੀ ਹੋ ਗਿਆ। ਭਾਵੇਂ ਚੰਨੀ ਉਹਨਾਂ ਦੇ ਤੂਫਾਨੀ ਦੌਰੇ ਨੇ ਜਾਂ ਫਿਰ ਕਿਸਾਨਾਂ ਨੇ ਆਪਣੀ ਦੂਰੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਬਣਾ ਲਈ। G23 ਦੇ ਵਿੱਚ ਕੈਪਟਨ ਬਤੌਰ ਨੇਤਾ ਬਣ ਕੇ ਉਸ ਕੱਦ ਦੇ ਨੇਤਾ ਬਣ ਕੇ ਨਹੀਂ ਉਭਰ ਪਾਏ। ਯਾਨੀ ਉਹ ਜਿਹੜਾ ਬੈਗ ਕਹਿ ਲਓ, ਅਟੈਚੀ ਕਹਿ ਲਓ, ਜੋ ਬੀਜੇਪੀ ਨੂੰ ਦਿਖਾਇਆ ਗਿਆ ਸੀ ਉਹ ਕਿਸੇ ਨਾ ਕਿਸੇ ਜਗ੍ਹਾ ਖਾਲੀ ਨਜ਼ਰ ਆਉਂਦਾ ਹੈ। ਹੁਣ ਅੱਜ ਭਾਜਪਾ ਦੀ ਰਾਜਨੀਤੀ ਕਰੀਏ ਤੇ ਭਾਜਪਾ ਦਾ ਪੰਜਾਬ ਦੇ ਵਿੱਚ ਮੇਨ ਟੀਚਾ ਹੈਗਾ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਆਉਣ ਦੇਣਾ, ਜਿਹੜਾ 2017 ਦੇ ਵਿੱਚ ਸੀਗਾ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਵੀ ਉਹਨਾਂ ਦੀ ਦੂਰੀਆਂ ਉਦਾਂ ਹੀ ਬਣੀ ਹੋਈਆਂ ਤੇ ਭਾਵੇਂ ਕੈਪਟਨ ਅਮਰਿੰਦਰ ਸਿੰਘ ਸਭ ਤੋਂ ਜ਼ਿਆਦਾ ਉਹਨਾਂ ਨੂੰ ਪਹਿਲੇ ਸੂਟ ਕਰਦੇ ਸੀ ਜੇ ਕਾਂਗਰਸ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਨਵਾਜ਼ਦੀ। ਅੱਜ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੱਦ ਪੰਜਾਬ ਦੇ ਵਿੱਚ ਉਹਨਾਂ ਕੋਲ ਨਹੀਂ ਹੈਗਾ ਕਿ ਉਹ ਵੀ ਦੁਬਾਰਾ ਮੁੱਖ ਮੰਤਰੀ ਬਣ ਸਕਦੇ ਹੋਣ। ਇਹਦੇ ਵਿੱਚ ਚੰਨੀ ਉਹਨਾਂ ਦੇ ਉੱਤੇ ਭਾਜਪਾ ਦਾਅਵ ਲਾ ਸਕਦੀ ਹੈ। ਜੋ ਕੁਝ 2017 ਦੇ ਵਿੱਚ ਹੋਇਆ ਸੀ, ਜਿਹਦੇ ਐਲੀਗੇਸ਼ਨ ਜਿਹੜੀ ਅਕਾਲੀ ਦਲ ਅਕਸਰ ਲਾਉਂਦਾ ਹੈ ਕਿ ਭਾਜਪਾ ਨੇ ਆਪਣੇ ਵੋਟ ਨੂੰ ਕੈਪਟਨ ਸਾਹਿਬ ਦੇ ਜਾਂ ਕਾਂਗਰਸ ਦੇ ਪੱਖ ਵਿੱਚ ਭੁਗਤਾਏ ਸੀਗੇ, ਉਹ ਸੇਮ ਪੋਜੀਸ਼ਨ 2022 ਦੇ ਵਿੱਚ ਵੀ ਹੋ ਸਕਦੀ ਹੈ। ਇਹਦੇ ਵਾਸਤੇ ਚੰਨੀ ਉਹਨਾਂ ਵਾਸਤੇ ਇੱਕ ਵਿਨ-ਵਿਨ ਸਿਚੁਏਸ਼ਨ ਹੋ ਸਕਦੀ ਹੈ। ਜੋ ਕੰਮ ਕੈਪਟਨ ਅਮਰਿੰਦਰ ਸਿੰਘ ਨੇ 2017 ਦੇ ਵਿੱਚ ਕੀਤਾ ਸੀ ਜਾਂ 2017 ਦੇ ਵਿੱਚ ਕੈਪਟਨ ਦੀ ਹੱਕ ਵਿੱਚ ਆਪਣੇ ਵੋਟ ਬੈਂਕ ਨੂੰ ਭੁਗਤਾ ਕੇ 77 ਸੀਟਾਂ ਜਿਤਾਤੀ ਸੀ, ਉਹੀ ਐਤਕੀ ਵੀ ਕੁਝ ਹੋ ਸਕਦਾ ਹੈ। ਪਰ ਗੇਮ ਪੰਜਾਬ ਦੇ ਵਿੱਚ ਸ਼ੇਅਰ ਮਾਰਕੀਟ ਵਜੋਂ ਰੋਜ਼ ਬਦਲ ਰਹੀ ਹੈ। ਤੁਹਾਡਾ ਮਤਲਬ ਸਾਫ਼ ਲਫ਼ਜ਼ਾਂ 'ਚ ਇਹ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਿਲਕੁਲ ਵਾਰਾ ਨਹੀਂ ਖਾਂਦੇ ਕੇਜਰੀਵਾਲ ਪੰਜਾਬ ਦੇ ਵਿੱਚ ਜਿੱਤਦੇ ਹੋਏ, ਤੇ ਉਹਨਾਂ ਨੂੰ ਬਿਲਕੁਲ ਵਾਰਾ ਖਾਂਦੀ ਆ ਉਹ ਰਾਜਨੀਤੀ ਜਿਹਦੇ ਵਿੱਚ ਸਿੱਧੂ ਵੀ ਅੱਗੇ ਨਾ ਆਉਣ। ਇਸ ਕਰਕੇ ਅਕਾਲੀਆਂ ਨਾਲੋਂ ਵੀ, ਕਿਉਂਕਿ ਅਕਾਲੀਆਂ ਦਾ ਗ੍ਰਾਫ ਅੱਗੇ ਵੱਧ ਨਹੀਂ ਰਿਹਾ, ਉਹ ਜਿੰਨੀਆਂ ਮਰਜ਼ੀ ਮੀਟਿੰਗਸ ਕਰ ਰਹੇ ਆ, ਦੌਰੇ ਕਰ ਰਹੇ ਆ, ਉਹਨਾਂ ਦੀ ਸੁਰਖੀ ਨਹੀਂ ਬਣ ਰਹੀ। ਖਬਰ ਉਹ ਬਣਾ ਲੈਂਦੇ ਆ, ਲੇਕਿਨ ਜਿਹੜੀ ਖਬਰ ਉੱਭਰ ਕੇ ਆਉਂਦੀ ਹੈ, ਜਿਹਦੇ ਵੱਲ ਭੱਜ ਕੇ ਜਾਣ ਲੋਕ, ਜਿਹਦੇ ਵੱਲ ਚੈਨਲ ਭੱਜ ਕੇ ਜਾਣ, ਅਖਬਾਰਾਂ ਉਹਨੂੰ ਹਾਈਲਾਈਟ ਕਰਨ, ਮੈਨੇਜ ਕੀਤੀਆਂ ਖਬਰਾਂ ਤਾਂ ਹੁੰਦੀਆਂ ਨੇ, ਲੇਕਿਨ ਅਕਾਲੀ ਦਲ ਦੀ ਖਬਰ ਜਿਹੜੀ ਆ ਉਹ ਆਕਰਸ਼ਣ ਵਾਲੀ ਨਹੀਂ ਬਚੀ। ਸੋ ਉਹਨਾਂ ਨੂੰ ਲੱਗਦਾ ਹੈ ਕਿ ਅਕਾਲੀ ਦਲ ਤੇ ਦਾ ਨਹੀਂ ਖੇਡਿਆ ਜਾ ਸਕਦਾ। ਦਾ ਖੇਡਣ ਲਈ ਸਿੱਧੂ ਠੀਕ ਚਿਹਰਾ ਨਹੀਂ ਗੇ, ਉਹਨਾਂ ਨੂੰ ਤੁਸੀਂ ਸਟੇਬਲ ਨਹੀਂ ਮੰਨ ਸਕਦੇ ਕਿ ਉਹ ਕਦੋਂ ਕੀ ਕਰ ਜਾਣ। ਸੋ ਸਭ ਤੋਂ ਸੌਖਾ ਅਮਰਿੰਦਰ ਸਿੰਘ ਤੋਂ ਬਾਅਦ ਉਹਨਾਂ ਨੂੰ ਚਿਹਰਾ ਉਹੀ ਹੋਊਗਾ ਜਿਹੜਾ ਉਹਨਾਂ ਦੀ ਪੈੜ ਚਾਲ ਅਨੁਸਾਰ ਚੱਲੇ। ਤੁਹਾਡਾ ਮਤਲਬ ਕਹਿਣ ਦਾ ਇਹ ਸੀ, ਪਰ ਇਹ ਏਡਾ ਸੌਖਾ ਨਹੀਂਗਾ। ਅਜੇ ਗੇਮ ਖੁੱਲੀ ਹੋਈ ਆ। ਅਜੇ ਮੈਨੂੰ ਲੱਗਦਾ 1 2 3 ਕਰਕੇ ਆਪਸ਼ਨਸ ਦੇਖੀਆਂ ਜਾ ਰਹੀਆਂ ਹੋਣਗੀਆਂ। ਅਜੇ ਭਾਜਪਾ ਵੀ ਸੋਚ ਰਹੀ ਹੋਊਗੀ ਕਿ ਅਨੁਸੂਚਿਤ ਜਾਤੀਆਂ ਦੀ, ਜੱਟਾਂ ਦੀ, ਕਿਸਾਨੀ ਦੀ, ਸਿੱਖੀ ਦੀ ਸਾਰੀ ਵੋਟ ਦੇ ਵਿੱਚ ਜੇ ਕੰਸੋਲੀਡੇਟ ਕੋਈ ਹੋ ਸਕਦਾ ਤੇ ਉਹ ਸ਼ਹਿਰੀ ਜਿਹੜਾ ਹਿੰਦੂ ਆ, ਜਿਹੜੀ ਸ਼ਹਿਰੀ ਵੋਟ, ਅਰਬਨ ਵੋਟਰ ਹੈ, ਉਹ ਹੋ ਸਕਦਾ। ਤੇ ਉਹ 10 15 ਜਾਂ 20 ਜਾਂ 25 ਸੀਟਾਂ ਦੇ ਉੱਤੇ ਜ਼ੋਰਦਾਰ ਤਰੀਕੇ ਨਾਲ ਲੜਾਈ ਲੜਨਾ ਚਾਹਣਗੇ। ਪਰ ਅਜੇ ਉਹਨਾਂ ਲਈ ਇਹ ਦੂਰ ਦੀ ਕੌਡੀ ਆ ਕਿ ਕਿੰਨੀਆਂ ਜਿੱਤ ਹੁੰਦੀਆਂ। ਮੈਂ ਫਿਰ ਮੁੜ ਕੇ ਆਵਾਂ ਕਿ ਇਸ ਵੇਲੇ ਜੇਕਰ ਤੁਸੀਂ ਇਹਨਾਂ ਤਿੰਨ ਚਿਹਰਿਆਂ ਦੇ ਵਿੱਚੋਂ ਦੇਖਣਾ ਚਾਹੋਗੇ ਤਾਂ ਜਿਹੜੀ ਲੜਾਈ ਅਜੇ ਮੁੱਕਦੀ ਨਹੀਂ, ਤੇ ਜਿਹੜੀ ਮੁੱਕਣ ਦਾ ਨੁਕਸਾਨ ਹੈ ਕਾਂਗਰਸ ਨੂੰ, ਇੰਜ ਲੱਗਦਾ ਕਿ ਉਹਨਾਂ ਨੇ ਸੁਰਖੀਆਂ 'ਚ ਰਹਿਣਾ, ਉਹਨਾਂ ਨੇ ਲਗਾਤਾਰ ਚਰਚਾ 'ਚ ਰਹਿਣਾ, ਤੇ ਉਹਨਾਂ ਨੂੰ ਅੰਦਰ ਦੇ ਕਲੇਸ਼ ਨਾਲ ਸਿੱਝਣ ਦੇ ਨਾਲ ਨਾਲ ਇਹਨੂੰ ਬਣਾਈ ਰੱਖਣਾ ਵੀ ਫਾਇਦੇਮੰਦ ਹੋ ਰਿਹਾ, ਫਾਇਦੇਮੰਦ ਸਾਬਤ ਹੋ ਰਿਹਾ। ਸੋ ਜਿਹੜੀ ਗੱਲ ਅੱਜ ਜੇ ਤੁਸੀਂ ਦੇਖਦੇ ਹੋ ਏਜੀ ਵਾਲੀ ਹੈ, ਕੱਲ ਏਜੀ ਦਾ ਅਸਤੀਫਾ ਆ ਗਿਆ, ਕਿਹਾ ਗਿਆ, ਏਜੀ ਸਾਹਿਬ ਨੇ ਕਿਸੇ ਨੂੰ ਇਹ ਨਹੀਂ ਕਿਹਾ ਕਿ ਮੈਂ ਨਹੀਂ ਅਸਤੀਫਾ ਦਿੱਤਾ, ਲੇਕਿਨ ਸ਼ਾਮ ਪੈਂਦੇ ਪੈਂਦੇ ਤੱਕ, ਜਦੋਂ ਤੱਕ ਸਿੱਧੂ ਨਾਲ ਫਿਰ ਪੰਗੇਬਾਜ਼ੀ ਹੋ ਗਈ ਸਰਕਾਰ ਦੀ, ਉਦੋਂ ਤੱਕ ਏਜੀ ਸਾਹਿਬ ਨੇ ਕਹਿਤਾ ਵੀ ਮੈਂ ਤਾਂ ਅਸਤੀਫਾ ਦਿੱਤਾ ਹੀ ਨਹੀਂ। ਤੇ ਪਤਾ ਲੱਗਿਆ ਕਿ ਉਹ ਮੁੱਖ ਮੰਤਰੀ ਦੇ ਘਰ ਜਾ ਕੇ ਅਸਤੀਫੇ ਦੀ ਗੱਲ ਕਰ ਆਏ ਸੀ, ਲੇਕਿਨ ਸ਼ਾਮ ਪੈਂਦੇ ਪੈਂਦੇ ਮੁੱਖ ਮੰਤਰੀ ਨੇ ਕਿਹਾ ਤੁਸੀਂ ਕਹਿ ਦਿਓ ਜੀ ਨਹੀਂ ਲਿਆ, ਦਿੱਤਾ ਮੈਂ। ਸੋ ਸਵਾਲ ਇਹ ਆ ਕਿ ਇਸ ਲੜਾਈ ਨੂੰ ਕਨਕਲੂਡ ਕਰਨਾ ਸ਼ਾਇਦ ਇਹ ਆਪ ਹੀ ਨਹੀਂ ਚਾਹੁੰਦੇ, ਜਾਂ ਉਹਨਾਂ ਨੂੰ ਵੀ ਪਤਾ ਕਿ ਏਜੀ ਜਿੰਨੇ ਮਰਜ਼ੀ ਬਦਲ ਲਓ, ਨਾ ਬਰਗਾੜੀ ਹੱਲ ਹੋਣਾ, ਨਸ਼ੇ ਦਾ ਮਾਮਲਾ ਹੱਲ ਹੋਣਾ, ਕਿਉਂਕਿ ਅਦਾਲਤੀ ਪ੍ਰਕਿਰਿਆ ਬਹੁਤ ਸਲੋ ਆ। ਤੇ ਅਦਾਲਤੀ ਪ੍ਰਕਿਰਿਆ ਇੰਨੀ ਸਲੋ ਦੇ ਹੁੰਦਿਆਂ ਅਗਲੇ 3 ਮਹੀਨਿਆਂ 'ਚ ਕੁਝ ਵੀ ਨਹੀਂ ਇਹ 'ਚ ਕੱਢਿਆ ਜਾ ਸਕਦਾ, ਤੇ ਲੜਾਈ ਕਿਸੇ ਹੋਰ ਪਾਸੇ ਲੈ ਜਾਓ। ਮੈਂ ਇਹਦੇ ਵਿੱਚ ਜਿਹੜੀ ਸਭ ਤੋਂ ਪਹਿਲਾਂ ਗੱਲ ਕੀਤੀ ਸੀ, ਸੁਖਜਿੰਦਰ ਸਿੰਘ ਰੰਧਾਵਾ ਇਸ ਲੜਾਈ 'ਚ ਇੱਕ ਵੱਡਾ ਨਾਮ ਬਣ ਕੇ ਉੱਭਰੇ, ਔਰ ਰੰਧਾਵਾ ਦਾ ਬਣਦੇ ਬਣਦੇ ਮੁੱਖ ਮੰਤਰੀ ਬਣਦੇ ਰਹਿ ਜਾਣਾ, ਇਹ ਟੀਸ ਹਲਕੀ ਨਹੀਂ ਹੁੰਦੀ, ਇਹ ਬੜੀ ਦੂਰ ਤੱਕ ਜਾਂਦੀ ਹੈ, ਕਿਉਂਕਿ ਜ਼ਿੰਦਗੀ 'ਚ ਇਹੋ ਜਿਹੇ ਮੌਕੇ ਬਹੁਤ ਘੱਟ ਆਉਂਦੇ। ਤੇ ਜੇਕਰ ਕੋਈ ਉਹਨਾਂ ਦੇ ਮਨ ਦੀ ਵੇਦਨਾ ਸਮਝਣਾ ਚਾਹਵੇ, ਹੁਣ ਉਹ ਕਿਵੇਂ, ਕਿਉਂਕਿ ਵੱਡੇ ਦਿਲ ਵਾਲੇ ਹੁੰਦੇ ਪੋਲੀਟੀਸ਼ੀਅਨ, ਪਤਾ ਨਹੀਂ ਕੀ ਸੋਚਦੇ, ਪਰ ਮੈਂ ਸੋਚਦਾ ਹੈ ਕਿ ਜੇਕਰ ਮੈਂ ਪਹਿਲਾਂ ਜਿਵੇਂ ਕਿਹਾ ਕਿ ਜੇ ਮੈਂ ਉਹਨਾਂ ਦੀ ਜਗ੍ਹਾ ਹੋਵਾਂ ਤੇ ਮੈਂ ਚਾਹੂੰਗਾ ਕਿ ਇੱਕ ਵਾਰੀ ਦੁਬਾਰਾ ਇਹੋ ਜਿਹੀ ਸਥਿਤੀ ਆਵੇ, ਹੁਣ ਵਾਰੀ ਨਾ ਆਵੇ, ਭਾਵੇਂ ਅਗਲੀ ਵਾਰੀ ਆ ਜਾਏ। ਐਰਕਾ ਉਮੀਦਵਾਰ ਜ਼ਿਆਦਾ ਨੇ, ਅਗਲੀ ਵਾਰ ਲਈ ਸ਼ਾਇਦ ਇਹ ਵੇਟਿੰਗ ਦੇ ਵਿੱਚ ਹੋ ਸਕਦਾ। ਮੈਂ ਟਿੱਪਣੀ ਚਾਹੂੰਗਾ ਕਿ ਆਉਂਦੇ
ਜਦੋਂ ਇਹ ਕੇਦਾਰਨਾਥ ਤੋਂ ਵਾਪਸ ਆਉਣਗੇ ਸਰਕਾਰੀ ਚੌਪਰ 'ਚ ਸ਼ਾਇਦ ਗਏ, ਮੈਨੂੰ ਤਾਂ ਪਤਾ ਨਹੀਂ, ਅੱਜ ਕੱਲ ਜੱਟ ਜੁੱਟ ਵੀ ਪ੍ਰਾਈਵੇਟ ਝੱਟ ਹੀ ਕਿਰਾਏ ਤੇ ਮਿਲ ਜਾਂਦੇ ਆ, ਆਪਾਂ ਵੀ ਕਿਤੇ ਝੂਟਾ ਝੱਟ ਲੈਣਾ ਵਾ, ਪਤਾ ਨਹੀਂ ਹੁਣ ਕਦੋਂ ਦਾ ਲੱਗਦਾ ਹੈ। ਪਰ ਖੈਰ ਮੈਂ ਤੁਹਾਡੇ ਤੋਂ ਲੈਣਾ ਮੈਂ ਇੱਕ ਕਲੀਅਰ ਕਰ ਦਿਆਂ, ਸਿਆਸੀ ਤੌਰ ਤੇ ਨਹੀਂ, ਆ ਭਾਸਕਰ ਸਾਹਿਬ ਕਿਤੇ ਵੱਡੇ ਆਦਮੀ ਬਣ ਕੇ ਇਹਨਾਂ ਨਾਲ ਬੈਠਾਂਗੇ, ਮੈਨੂੰ ਟਿੱਪਣੀ ਦਿਓ ਕਿ ਆਉਂਦੇ ਆਉਂਦੇ ਸਹਿਮਤੀ ਬਣਾ ਕੇ ਆਉਣਗੇ, ਜੱਫੀਆਂ ਪਾ ਕੇ ਆਉਣਗੇ, ਸ਼ਾਮੀ ਚੰਡੀਗੜ੍ਹ ਦੇ ਵਿੱਚ ਡਿਨਰ ਇਕੱਠਾ ਕਰਨਗੇ, ਜਾਂ ਫਿਰ ਉੱਥੋਂ ਹੀ ਹਵਾਈ ਅੱਡੇ ਤੋਂ ਵੱਖਰੀਆਂ ਵੱਖਰੀਆਂ ਕਾਰਾਂ 'ਚ ਤੇ ਵੱਖ ਵੱਖ ਰੂਟਾਂ ਤੇ, ਕੋਈ ਬਰਿੰਡੇ ਕੋਈ ਪਟਿਆਲੇ। ਰੰਧਾਵਾ ਜੀ ਬੜਾ ਔਖਾ ਹੈ ਤੁਹਾਡੀ ਇਸ ਗੱਲ ਦਾ ਜਵਾਬ ਦੇਣਾ, ਕਿਉਂਕਿ ਮੈਨੂੰ ਤਾਂ ਇਹ ਲੱਗਦਾ ਵੀ ਹੈਲੀਕਾਪਟਰ ਦੀ ਚਨਾਬ ਆਪਸ ਵਿੱਚ ਲੜ ਪੈਣ। ਚਲੋ ਗਏ ਨੇ, ਫੋਟੋ ਤੇ ਠੀਕ ਠਾਕ ਖਿਚਾ ਲਈ ਹੈ, ਔਰ ਮੈਨੂੰ ਲੱਗਦਾ ਹੈਲੀਕਾਪਟਰ ਦੇ ਵਿੱਚ ਬਹਿ ਕੇ ਗੱਲਾਂ ਕੀ ਕਰਦੇ ਹੁੰਦੇ ਆ ਕਿ ਤੈਨੂੰ ਮੇਰੇ ਨਾਲ ਕੀ ਤਕਲੀਫ ਹੈ, ਮੈਨੂੰ ਤੇਰੇ ਨਾਲ ਕੀ ਤਕਲੀਫ ਹੈ, ਤੂੰ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰ, ਏਦਾਂ ਦੀ ਕੋਈ ਬਹਿਸਬਾਜ਼ੀ ਨਾ ਹੋ ਜਾਏ। ਤਾਂ ਹੀ ਇੱਕ ਸਿਆਣਾ ਬੰਦਾ ਨਾਲ ਭੇਜਿਆ ਜਿਹੜਾ ਘੱਟ ਤੋਂ ਘੱਟ ਇਸ ਬਹਿਸਬਾਜ਼ੀ ਨੂੰ ਠੀਕ ਠਾਕ ਜਿਹਾ ਕਰ ਲੇ। ਰਾਣਾ ਸਪੀਕਰ ਸਾਹਿਬ ਹਾਂ ਸੂਝਵਾਨ ਬੰਦੇ ਹੈਗੇ ਆ, ਉਹ ਇਸ ਲੜਾਈ ਨੂੰ ਮਤਲਬ ਵਿੱਚ ਪੈ ਕੇ, ਜਿੱਦਾਂ ਕਹਿੰਦੇ ਨਾ ਵੀ ਦੋ ਮੁੰਡੇ ਲੜਦੇ ਆ ਤੇ ਸਿਆਣਾ ਬੰਦਾ ਵਿੱਚ ਜਾ ਕੇ ਕਹਿੰਦਾ ਵੀ ਲੜੋ ਨਾ, ਬੈਠ ਕੇ ਗੱਲ ਕਰੋ। ਚਲੋ ਮੈਨੂੰ ਇਹ ਲੱਗਦਾ ਹੈ ਕਿ ਚਲੋ ਗੱਲਾਂ ਬਾਤਾਂ ਤੇ ਹੋਣਗੀਆਂ, ਔਰ ਕਈ ਵਾਰ ਤੁਸੀਂ ਇਹ ਦੇਖਿਆ ਹੋਏਗਾ ਕਿ ਵੀ ਮੀਆਂ ਬੀਬੀ ਦੀ ਜਦ ਲੜਾਈ ਹੋ ਜਾਂਦੀ ਹੈ ਤੇ ਮਹਿਲਾ ਥਾਣੇ ਦੇ ਵਿੱਚ ਵੀ ਇਹੀ ਗੱਲ ਕਹਿੰਦੇ ਆ ਵੀ ਦੋਨਾਂ ਨੂੰ ਇਕੱਲੇ ਛੱਡ ਦਿਓ, ਘੰਟਾ ਇੱਥੇ ਬੈਠੋ, ਆਪਸ ਵਿੱਚ ਗੱਲਬਾਤ ਕਰੋ, ਫਿਰ ਸਾਨੂੰ ਆ ਕੇ ਮਿਲੋ। ਇਹੀ ਕੁਝ ਕਾਂਗਰਸ ਹਾਈ ਕਮਾਨ ਨੇ ਵੀ ਕੀਤਾ ਕਿ ਦੋਨਾਂ ਨੂੰ ਇੱਕ ਹੈਲੀਕਾਪਟਰ ਦੇ ਵਿੱਚ ਬਿਠਾ ਕੇ ਕੇਦਾਰਨਾਥ ਭੇਜਤਾ। ਕੇਦਾਰਨਾਥ ਦੀ ਗੱਲ ਕੱਲ ਰਾਤ ਤੱਕ ਕਿਸੇ ਜਗ੍ਹਾ ਨਹੀਂ ਸੀ, ਅੱਜ ਸਵੇਰੇ ਅਚਾਨਕ ਹੀ ਇਹ ਖਬਰ ਆਉਂਦੀ ਹੈ ਵੀ ਕੱਲ ਸ਼ਾਮ ਤੱਕ ਲੁਧਿਆਣੇ ਤੋਂ ਐਮਐਲਏ ਨੇ, ਔਰ ਅੱਜ ਕੱਲ ਉਹ ਚੇਅਰਮੈਨ ਨੇ ਕੈਬਨਿਟ ਰੈਂਕ ਦੇ ਵਿੱਚ, ਸਰਦਾਰ ਕੁਲਦੀਪ ਸਿੰਘ ਵੈਦ, ਉਹਨਾਂ ਨੇ ਮੈਨੂੰ ਕੱਲ ਸ਼ਾਮ ਨੂੰ ਇਹ ਦੱਸਿਆ ਸੀ ਕਿ ਮੁੱਖ ਮੰਤਰੀ ਸਾਹਿਬ ਸਵੇਰੇ ਕੇਦਾਰਨਾਥ ਜਾ ਰਹੇ, ਲੇਕਿਨ ਰਾਤ ਨੂੰ ਹਰੀਸ਼ ਚੌਧਰੀ ਨਾਲ ਸਿੱਧੂ ਦੀ ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਜਾਂਦਾ ਕਿ ਇਹ ਬੰਦੇ ਨਾਲ ਲੈ ਚਲੀਏ, ਸੁਨੇਹਾ ਚੰਗਾ ਚਲੇ ਜਾਊਗਾ। ਇਹ ਵੈਸੇ ਚੰਗਾ ਇਵੈਂਟ ਬਣਾ ਲਿਆ ਔਰ ਇਹ ਚੰਗੀਆਂ ਸੁਰਖੀਆਂ ਤੇ ਖਬਰਾਂ ਬਟੋਰ ਗਿਆ ਜੀ। ਦੇਖੋ ਪੰਜਾਬ ਦੇ ਭਲੇ ਵਾਸਤੇ ਤੇ ਆਪਾਂ ਚਾਹੁੰਦੇ ਹਾਂ ਵੀ ਦੋਨਾਂ ਦੇ ਵਿੱਚ ਸ਼ਾਂਤੀ ਹੋ ਜਾਏ, ਜਿਹੜਾ ਮੁੱਦਿਆਂ ਦਾ ਹੱਲ ਹੈ ਉਹ ਹੈਲੀਕਾਪਟਰ ਦੀ ਉਡਾਨ ਦੇ ਵਿੱਚ ਹੀ ਉੜ ਜਾਏ, ਤੇ ਉਹਦੇ ਵਿੱਚ ਜਦ ਇਹ ਚੰਡੀਗੜ੍ਹ ਉਤਰਨ ਤੇ ਨਾ ਕੇਵਲ ਜਦ ਆਪਣੇ ਆਪਣੇ ਘਰ ਜਾਣ ਵਾਲਾ ਟਾਈਮ ਆਏ ਉੱਥੇ ਜੱਫੀ ਪਾ ਕੇ ਵੀ ਅੱਜ ਤੋਂ ਮੈਂ ਤੇਰਾ ਵੀਰ ਤੂੰ ਮੇਰਾ ਬਾਈ, ਐਦਾਂ ਦੀ ਗੱਲਾਂ ਹੋ ਜਾਣ ਤੇ ਪੰਜਾਬ ਦੇ ਵਾਸਤੇ ਬਹੁਤ ਵਧੀਆ ਗੱਲ ਹੋਏਗੀ। ਪਰ ਚਲੋ ਲੱਗਦਾ ਹੈ ਨਹੀਂ, ਕਿਉਂਕਿ ਸਿੱਧੂ ਉਹਨਾਂ ਵੀ ਬੜੇ ਅੜੀਅਲ ਰਵੱਈਆ ਰੱਖਦੇ ਨੇ, ਉਹ ਜਦ ਮੁੱਦਿਆਂ ਦੇ ਉੱਤੇ ਬਹਿਣ ਦੀ ਗੱਲ ਕਰਦੇ ਨੇ ਤੇ ਉਹ ਬਹਿੰਦੇ ਨਹੀਂ, ਬਲਕਿ ਖੜੇ ਹੀ ਹੋ ਜਾਂਦੇ ਨੇ ਮੁੱਦੇ ਤੇ, ਔਰ ਉਹ ਖੜੇ ਨਹੀਂ ਹੁੰਦੇ, ਅੜੇ ਹੀ ਹੋ ਜਾਂਦੇ ਨੇ। ਔਰ ਐਦਾਂ ਦੇ ਹਾਲਾਤ ਵਿੱਚ ਉਹਨਾਂ ਮੁੱਦਿਆਂ ਦੇ ਉੱਤੇ ਕੋਈ ਵਿੱਚ ਦਾ ਰਸਤਾ ਕੱਢਣ ਦੀ ਗੱਲ, ਕਿਉਂਕਿ ਮੁੱਦੇ ਕੋਈ ਇੰਨੇ ਵੱਡੇ ਵੀ ਨਹੀਂ ਹੈਗੇ ਪੰਜਾਬ ਦੇ ਹਿੱਤਾਂ ਦੇ ਉੱਤੇ ਮੁੱਦੇ ਹੈਗੇ। ਭਾਸਕਰ ਸਾਹਿਬ ਇੱਕ ਬੇਨਤੀ ਸਵੀਕਾਰ ਕਰ ਲਿਓ, ਸੱਚਿਓ ਮੁੱਦੇ ਬਹੁਤ ਵੱਡੇ ਜੇ। ਪੰਜਾਬ ਨਹੀਂ ਰਿਹਾ, ਇਹ ਖੁਸ਼ਹਾਲੀ ਨਾਂ ਦੀ ਆ। ਵਿਅਕਤੀਗਤ ਤੌਰ ਤੇ ਲੋਕਾਂ ਦੇ ਮਕਾਨ ਵੱਡੇ ਹੋ ਗਏ, ਕਾਰਾਂ ਵੱਡੀਆਂ ਹੋ ਗਈਆਂ, ਕਰਜ਼ੇ ਵੀ ਵੱਡੇ ਹੋ ਗਏ। ਕਰਜ਼ਾ ਦੋ ਤਰ੍ਹਾਂ ਦਾ ਹੈ, 2,75,000 ਕਰੋੜ ਦਾ ਕਰਜ਼ਾ ਸਰਕਾਰ ਦੇ ਸਿਰ ਆ, ਜਿਹੜਾ ਅਸਿੱਧੇ ਰੂਪ ਚ ਤੁਹਾਡੇ ਮੇਰੇ ਸਿਰ, ਤੇ ਦੂਜਾ ਕਰਜ਼ਾ ਜਿਹੜਾ ਮੈਂ ਆਪਣੀ ਕੋਠੀ ਲਈ ਲਿਆ, ਮੈਂ ਆਪਣੀ ਕਾਰ ਲਈ ਲਿਆ, ਮੈਂ ਆਪਣੇ ਬੱਚੇ ਨੂੰ ਬਾਹਰ ਭੇਜਣ ਲਈ ਲਿਆ, ਮੈਂ ਰੁਜ਼ਗਾਰ ਲਈ ਲਿਆ, ਇੱਕ ਕਰਜ਼ਾ ਉਹ ਵੀ ਸਾਡੇ ਸਿਰ ਆ। ਸੋ ਕੁੱਲ ਮਿਲਾ ਕੇ ਇਹ ਕਰਜ਼ਾ ਮੇਰੇ ਹਿਸਾਬ ਨਾਲ 6 ਲੱਖ ਕਰੋੜ ਤੋਂ ਜ਼ਿਆਦਾ ਹੈ, ਸਾਰੇ ਪੰਜਾਬੀਆਂ ਦੇ ਕਰਜ਼ੇ ਪਾ ਲਓ ਵਿੱਚ। ਸਵਾਲ ਸਭ ਤੋਂ ਵੱਡਾ ਇਹ ਆ ਕਿ ਜਦੋਂ ਤੁਸੀਂ ਬਿਜਲੀ ਨਿਗਮ ਨੂੰ 3-4 ਹਜ਼ਾਰ ਕਰੋੜ ਰੁਪਈਆ ਜੇਬ ਚੋਂ ਦੇਣਾ, ਇਹ ਤੋਂ ਜ਼ਿਆਦਾ ਹੀ ਹੈ ਸ਼ਾਇਦ 30-35 ਹਜ਼ਾਰ ਕਰੋੜ, ਅੱਜ ਕਿੰਨਾ ਮੈਨੂੰ ਨਹੀਂ ਪਤਾ, ਦਿੱਤੀ ਉਹਦੇ 3500 ਕਰੋੜ ਦੇ ਕਰੀਬ ਹੈਗਾ। ਹੁਣ 3500 ਕਰੋੜ ਰੁਪਈਆ ਕਿਹੜਾ ਚੰਨੀ ਸਾਹਿਬ ਦੇ ਆਪਣਾ ਕੁਝ ਚੱਲਦਾ ਹੈ ਜਾਂ ਸਿੱਧੂ ਦਾ ਕੁਝ ਆਪਣਾ ਚੱਲਦਾ, ਦੇਣਾ ਤੇ ਟੈਕਸ ਵਿੱਚੋਂ, ਦੇਣਾ ਤੇ ਸਰਕਾਰੀ ਖਜ਼ਾਨੇ ਚੋਂ ਨਾ। ਹੁਣ ਦੇਖਣ ਵਾਲੀ ਗੱਲ ਇਹ ਸੀਗੀ ਕਿ ਟੈਕਸ ਘਟਾਏ ਜਾ ਸਕਦੇ ਆ, ਸਰਕਾਰ ਨੂੰ ਜਿਹੜਾ ਖਜ਼ਾਨੇ ਚੋਂ ਪੈਸਾ, ਜਿਹੜਾ ਬਿਜਲੀ ਤੋਂ ਪੈਸਾ ਜਾ ਰਿਹਾ। ਹੁਣ ਮੈਨੂੰ ਇੱਕ ਬਹੁਤ ਵੱਡੇ ਅਧਿਕਾਰੀ ਨੇ ਕੁਝ ਸਮਾਂ ਪਹਿਲਾਂ ਦੱਸਿਆ ਸੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਸੀ, ਉਹਨਾਂ ਨੇ ਮੈਨੂੰ ਕਿਹਾ ਸੀ ਕਿ ਬਾਕੀ ਸੂਬਿਆਂ ਨਾਲੋਂ ਸਾਡੇ ਇੱਥੇ ਬਿਜਲੀ ਤੇ ਟੈਕਸ ਬਹੁਤ ਜ਼ਿਆਦਾ ਹੈ। ਤੁਸੀਂ ਚੈੱਕ ਕਰਕੇ ਦੇਖੋ, ਸਾਡੇ ਇੱਥੇ EMPLOYEES ਬਹੁਤ ਜ਼ਿਆਦਾ ਨੇ, ਬਹੁਤ EMPLOYEES ਜ਼ਿਆਦਾ ਨੇ ਬਿਜਲੀ ਨਿਗਮ ਦੇ ਵਿੱਚ, ਬਹੁਤ ਸਾਰੇ ਕਰਮਚਾਰੀ ਨੇ, ਆਮ ਨਾਲੋਂ ਜ਼ਿਆਦਾ ਨੇ, ਸਾਡੇ ਖਰਚੇ ਜ਼ਿਆਦਾ ਨੇ, ਸਾਡੀ ਚੋਰੀ ਜ਼ਿਆਦਾ ਹੈ, ਬਹੁਤ ਕੁਝ ਐਸਾ ਹੈ। ਲੇਕਿਨ ਅਸੀਂ ਕੀ ਕੀਤਾ, ਅਸੀਂ ਸਭ ਕੁਝ ਜਿਉਂਦਾ ਤਿਉਂ ਚੱਲਦਾ ਰਹਿਣ ਦਿੰਦੇ ਹਾਂ, ਉਹਨੂੰ ਛੇੜਦੇ ਨਹੀਂ। ਸਭ ਤੋਂ ਪਹਿਲਾਂ ਬਾਦਲ ਸਾਹਿਬ ਨੇ ਜਦੋਂ ਕਿਸਾਨਾਂ ਨੂੰ ਫ੍ਰੀ ਦਿੱਤੀ ਸੀ ਬਿਜਲੀ, ਉਹਦਾ ਬੋਝ ਬਿਜਲੀ ਬੋਰਡ ਤੇ ਪਿਆ ਸੀ, ਜਿਹੜਾ ਹੁਣ ਬਿਜਲੀ ਨਿਗਮ, ਤੇ ਹੁਣ ਵੀ ਬੋਝ ਉੱਤੇ ਪਿਆ। ਸੰਸਥਾਵਾਂ ਮਾਰ ਕੇ ਤੁਸੀਂ ਇਨਫਰਾਸਟ੍ਰਕਚਰ ਮਾਰ ਲੈਂਦੇ ਹੋ, ਤੁਸੀਂ ਅੱਗੇ ਜਾ ਕੇ ਉਹਦੀ ਕੀਮਤ 3 ਗੁਣਾ ਵੱਧ ਪੇ ਕਰਦੇ ਹੋ।
ਅੱਜ ਅਗਲੀ ਦੇਖੋ, ਮੰਨ ਲਓ ਕੱਲ ਨੂੰ ਚੰਨੀ ਗਵਰਨਮੈਂਟ ਨਹੀਂ ਆਉਂਦੀ ਤੇ ਜਿਹੜੀ ਅਗਲੀ ਗਵਰਨਮੈਂਟ ਆਊਗੀ ਉਹਦੇ ਗਲ ਦੇ ਵਿੱਚ ਇੱਕ ਮਰਿਆ ਹੋਇਆ ਸੱਪ ਪੈਣਾ। ਜੇ ਤੁਹਾਡੇ ਕੋਲ ਸਾਧਨ ਹੈ ਨਹੀਂ, ਤੁਸੀਂ ਪੈਸਿਆਂ ਦੀ ਅਨਾਉਂਸਮੈਂਟ ਕਰਤੀ, ਆਉਂਦੇ ਕਿਸੇ ਨੇ ਜ਼ਰੂਰਤ ਨਹੀਂ ਕਰਨੀ ਨਵੀਂ ਸਰਕਾਰ ਨੇ, ਤੇ ਇਹਦੇ ਉੱਤੇ ਟੈਕਸ ਲਾ ਦਿਓ ਜਾਂ ਲੋਕਾਂ ਦੀ ਜਿਹੜੀ ਇਹ ਸਹੂਲਤ ਬੰਦ ਕਰ ਦਿਓ। ਇਹ ਬਹੁਤ ਵੱਡਾ ਮਸਲਾ ਬਣ ਗਿਆ ਕਿ ਨਾ ਤਾਂ ਕਿਸੇ ਨੇ ਕਾਲਾ ਬਾਜ਼ਾਰੀ ਰੋਕੀ ਆ ਮਾਈਨਿੰਗ ਦੀ, ਨਾ ਲਿਕਰ ਦੇ ਵਿੱਚ ਕੋਈ ਪਾਲਿਸੀ ਬਣੀ ਆ ਜਿਹਦੇ ਨਾਲ ਰੈਵਨਿਊ ਵੱਧ ਜਾਏ, ਨਾ ਸਾਡੇ ਜਿਹੜੇ ਸਫੈਦ ਹਾਥੀ ਬਣ ਗਏ ਸੰਸਥਾਵਾਂ ਉਹਨਾਂ ਨੂੰ ਕੋਈ ਬੰਦ ਕਰਨ ਦੀ ਸੋਚਦਾ ਜਾਂ ਉਹਨਾਂ ਦੀ ਡਿਸਇਨਵੈਸਟਮੈਂਟ ਬਾਰੇ ਸੋਚਦਾ, ਤੇ ਨਾ ਕੋਈ ਇਹ ਸੋਚ ਰਿਹਾ ਵਾ ਕਿ ਅਸੀਂ ਕਿਸੇ ਰੂਪ ਦੇ ਵਿੱਚ ਮਾਫੀਆ ਜਿਹੜਾ ਵਾ, ਜਿਹਦੇ ਵਿੱਚ ਹੁਣ ਮੈਂ ਉਹ ਨਾਂ ਲਊਂਗਾ ਚੰਗਾ ਨਹੀਂ ਲੱਗੂਗਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਲੇਕਿਨ ਹਰ ਤਰ੍ਹਾਂ ਦਾ ਮਾਫੀਆ। ਕਦੇ ਕਿਸੇ ਨੇ ਸੋਚਿਆ ਸੀ ਕਿ ਟਰਾਂਸਪੋਰਟ ਵਰਗਾ ਮਹਿਕਮਾ ਪਿਛਲੇ ਲਗਭਗ 10-15 ਸਾਲਾਂ ਤੋਂ ਹਾਸ਼ੀਏ ਤੇ ਚਲੇ ਗਿਆ ਸੀ। ਪਹਿਲੇ ਟਰਾਂਸਪੋਰਟ ਮੰਤਰੀ ਹੁੰਦੇ ਸੀ ਮਾਸਟਰ ਜਗੀਰ ਸਿੰਘ ਵਰਗੇ, ਜਿਹੜੇ ਚਰਚਾ 'ਚ ਹੀ ਰਹਿੰਦੇ ਸੀ, ਰੋਜ਼ ਪੰਗਾ ਨਵਾਂ ਪੰਗਾ, ਉਹਨਾਂ ਦੀ ਚਰਚਾ ਹੋਰ ਪੁੱਠੇ ਬੰਨੇ ਹੁੰਦੀ ਸੀ। ਲੇਕਿਨ ਅੱਜ ਜੇ ਟਰਾਂਸਪੋਰਟ ਮੰਤਰਾਲੇ ਨੂੰ ਸੁਰਖੀ 'ਚ ਲਿਆਂਦਾ ਰਾਜਾ ਵੜਿੰਗ ਨੇ, ਤਾਂ ਬਾਕੀ ਮੰਤਰੀ ਕਿਉਂ ਨਹੀਂ ਕਰ ਰਹੇ? ਸਵਾਲ ਇਹ ਆ ਕਿ ਜਿੱਥੇ ਜਿੱਥੇ ਵੀ ਲੀਕੇਜ ਆ, ਜਿੱਥੇ ਜਿੱਥੇ ਚੋਰ ਮੋਰੀ ਆ, ਉਹਨੂੰ ਬੰਦ ਕਰਨ ਲਈ ਸਿਰਿਓਂ ਕਿਉਂ ਨਹੀਂ ਡਿਆ ਜਾਂਦਾ? ਕਿਉਂ ਨਹੀਂ ਬਾਕੀ ਮੰਤਰੀਆਂ ਨੂੰ ਕੰਮ ਕਰਨ ਲਈ ਉਕਸਾਇਆ ਗਿਆ? ਕਿਉਂ ਸਿਰਫ ਰਾਤ ਦੇ ਕੇ ਹੀ ਅਸੀਂ ਕਹਿੰਦੇ ਆ ਵੀ ਅਸੀਂ ਆਹ ਕਰ ਰਹੇ ਹਾਂ? ਅਸੀਂ ਕਿਉਂ ਨਹੀਂ ਸਿਸਟਮ ਨੂੰ ਚੁਸਤ ਦਰੁਸਤ ਕਰਨ ਲਈ ਕੁਝ ਕੀਤਾ? ਪਹਿਲੇ ਦਿਨ ਅਨਾਉਂਸਮੈਂਟ ਹੋਈ ਸੀ ਸਮੇਂ ਸਿਰ ਦਫ਼ਤਰ 'ਚ ਜਾਣਗੇ ਅਧਿਕਾਰੀ, ਬਾਅਦ 'ਚ ਕਿੰਨੀ ਕੁ ਚੈਕਿੰਗ ਹੋਈ? 1-2 ਵਾਰੀ, 3 ਵਾਰੀ, 4 ਵਾਰੀ? ਮੈਨੂੰ ਦੱਸੋ ਕਿ ਜੇਕਰ ਤੁਹਾਡੇ ਸਿਸਟਮ ਦੇ ਵਿੱਚ ਜਿਹੜਾ ਉਹ ਹੱਥ ਹੁੱਥ ਜਿਹਾ ਲਾ ਕੇ 9 ਵਜੇ ਪੂਰੇ ਪਹੁੰਚਣ ਵਾਲੀ ਹਾਜ਼ਰੀ ਮਤਲਬ ਸੈਂਟਰ ਪਲੇਸ ਤੇ ਪਹੁੰਚ ਜਾਂਦੀ ਹੈ, ਹੈੱਡਕੁਆਟਰ ਪਹੁੰਚ ਜਾਂਦੀ ਹੈ, ਤੁਸੀਂ ਕਿਉਂ ਨਹੀਂ ਕਰਦੇ? ਜਵਾਬਦੇਹੀ ਦਾ ਵਾਤਾਵਰਨ ਕਿਉਂ ਨਹੀਂ? ਭਾਸਕਰ ਸਾਹਿਬ, ਮੁੱਦੇ ਬੜੇ ਜ਼ਬਰਦਸਤ ਨੇ। ਪੰਜਾਬ ਮਰ ਚੱਲਿਆ। ਪੰਜਾਬ ਦੇ ਵਿੱਚ ਅੱਜ ਸਾਰੇ ਸਿੱਖਿਆ ਸੰਸਥਾਨ ਜਿਨ੍ਹਾਂ ਦੇ ਵਿੱਚ +2 ਤੋਂ ਬਾਅਦ ਐਡਮਿਸ਼ਨ ਮਿਲਣੀ, ਬੱਚੇ ਨਹੀਂ ਮਿਲ ਰਹੇ। ਇਹ ਬਹੁਤ ਵੱਡਾ ਇੱਕ ਸੰਕਟ ਆ। ਇਹਦਾ ਸਾਫ਼ ਮਤਲਬ ਹੈ ਕਿ ਤੁਹਾਡੀਆਂ ਯੂਨੀਵਰਸਿਟੀਆਂ ਜਿਹੜੀਆਂ, ਮੈਂ ਹੁਣ 600 ਏਕੜ ਦੇ ਵਿੱਚ ਲਵਲੀ ਬਣੀ ਆ, ਤੇ ਜਿਹੜੀਆਂ ਬਾਕੀ ਯੂਨੀਵਰਸਿਟੀਆਂ 100 ਏਕੜ ਤੋਂ ਵੱਧ ਬਣੀਆਂ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਂਕੜੇ ਏਕੜ ਜ਼ਮੀਨ ਆ, ਐਗਰੀਕਲਚਰ ਯੂਨੀਵਰਸਿਟੀ ਆ, ਪੁੱਛ ਕੇ ਦੇਖੋ ਸਾਰਿਆਂ ਦੇ ਵਿੱਚ ਬੱਚੇ ਪੂਰੇ ਨਹੀਂ ਹੋ ਰਹੇ। ਬਹੁਤ ਮੁਸ਼ਕਲ ਪੈਦਾ ਹੋ ਗਈ। ਇਹਦਾ ਮਤਲਬ ਹੈ ਕਿ ਸਿਸਟਮ ਦੇ ਵਿੱਚੋਂ ਵਿਸ਼ਵਾਸ ਉਖੜ ਗਿਆ, ਤੇ ਜਦੋਂ ਵਿਸ਼ਵਾਸ ਉਖੜ ਜਗੇ ਉਹਦੀ ਬਹਾਲੀ ਬੜੀ ਜ਼ਰੂਰੀ ਆ। ਮੈਂ ਬਹੁਤ ਅੱਗੇ ਬੋਲ ਆਇਆ, ਮੈਂ ਤੁਹਾਡੇ ਤੋਂ ਟਿੱਪਣੀ ਲੈਣੀ ਆ ਕਿ ਮੁੱਦੇ ਸਿੱਧੂ ਦੇ ਠੀਕ ਆ, ਅਜੇ ਸਿੱਧੂ ਵੀ ਸਤਹੀ ਗੱਲ ਕਰ ਰਿਹਾ, ਸਿੱਧੂ ਅਜੇ ਵੀ ਮਸਲੇ ਦੇ ਹੱਲ ਤੱਕ ਨਹੀਂ ਜਾ ਰਹੇ। ਪੰਜਾਬ ਮਰ ਰਿਹਾ। ਇੱਥੇ ਕੋਈ ਸਖਤ ਫੈਸਲੇ ਲੈਣ ਵਾਲਾ ਚਾਹੀਦਾ, ਜਿਹੜਾ ਲੋਕਾਂ ਨੂੰ, ਲੋਕਾਂ ਦਾ ਪੈਸਾ ਵਾਪਸ ਟੈਕਸ ਦੇ ਰੂਪ ਚ ਲਿਆ ਕਰੇ, ਸਹੂਲਤਾਂ ਦੇ ਇਨਫਰਾਸਟ੍ਰਕਚਰ ਦੇ ਰੂਪ ਦੇ ਵਿੱਚ, ਔਰ ਸੇਫਟੀ ਸਿਕਿਉਰਿਟੀ ਦੇ ਰੂਪ ਚ, ਹੈਲਥ ਦੇ ਰੂਪ ਚ, ਐਜੂਕੇਸ਼ਨ ਦੇ ਰੂਪ ਚ। ਹਰ ਪਾਸੇ ਅਫਰਾ ਤਫਰੀ ਆ। ਅੱਜ ਸਿਰਫ ਰਾਤ ਦੇ ਕੇ ਵੋਟ ਖਰੀਦਣ ਦਾ ਇੱਕ ਟ੍ਰੈਂਡ ਚੱਲਿਆ, ਇਹਨੂੰ ਰੋਕਣਾ ਪਊ ਤੁਹਾਨੂੰ। ਰੰਧਾਵਾ ਜੀ, ਮੈਂ ਮਾਫੀ ਚਾਹੂੰਗਾ, ਮੇਰੇ ਮੂੰਹ ਚੋਂ ਇਹ ਸ਼ਬਦ ਨਿਕਲੇ ਕਿ ਮੁੱਦੇ ਵੱਡੇ ਨਹੀਂ ਹੈ। ਮੇਰਾ ਕਹਿਣ ਦਾ ਮਤਲਬ ਸੀਗਾ ਮੁੱਦੇ ਐਦਾਂ ਦੇ ਨਹੀਂ ਹੈਗੇ ਕਿ ਚੰਨੀ ਉਹਨਾਂ ਮੁੱਦਿਆਂ ਦੇ ਉੱਤੇ ਨਾ ਚੱਲ ਪਾਣ, ਕਿਉਂਕਿ ਸਾਰੇ ਦੇ ਸਾਰੇ ਮੁੱਦੇ ਹੈਗੇ ਹੈ ਉਹ ਪੰਜਾਬ ਵਾਸਤੇ ਬਹੁਤ ਜ਼ਰੂਰੀ ਹੈ। ਅੱਜ 4 ਲੱਖ ਕਰੋੜ ਰੁਪਏ ਦੀ ਕਰਜ਼ੇ ਦੀ ਗੱਲ ਹੁੰਦੀ ਹੈ। ਤੁਸੀਂ ਜਿਹੜਾ 2 ਲੱਖ ਕਹਿ ਰਹੇ ਹੋ, ਇਹ ਅਗਲੀ ਸਰਕਾਰ ਦੇ ਵੇਲੇ ਹੋ ਸਕਦਾ 5 ਲੱਖ ਕਰੋੜ ਰੁਪਏ ਹੋ ਜਾਏ। ਜਿਸ ਤਰੀਕੇ ਨਾਲ ਉਸ ਕਰਜ਼ੇ ਦੀ ਜਿਹੜੀ ਰਫ਼ਤਾਰ ਹੈਗੀ ਹੈ, ਉਹਦੇ ਵਿੱਚ ਕੁਝ ਸੂਤਰਾਂ ਨੇ ਮੈਨੂੰ ਅੱਜ ਇਹ ਦੱਸਿਆ ਕਿ ਭਾਜਪਾ ਜਦ ਪੰਜਾਬ ਦੇ ਵਿੱਚ ਆਪਣੀ ਰਾਜਨੀਤੀ ਨੂੰ ਐਲਾਨੇਗੀ, ਉਹਦੇ ਵਿੱਚ ਇੱਕ ਚੋਣਾਂ ਦਾ ਵਾਅਦਾ ਇਹ ਵੀ ਹੋ ਸਕਦਾ ਹੈ ਕਿ 2 ਲੱਖ ਕਰੋੜ ਰੁਪਏ ਦਾ ਕਰਜ਼ਾ ਕੇਂਦਰ ਸਰਕਾਰ, ਜੇ ਭਾਜਪਾ ਦੀ ਸਰਕਾਰ ਆਂਦੀ ਹੈ, ਤੇ ਉਹ ਪੰਜਾਬ ਦਾ ਮਾਫ ਕਰ ਦੇਗੀ। ਯਾਨੀ ਮੁੱਦਾ ਬਹੁਤ ਵੱਡਾ ਹੈ। ਇਸ ਮੁੱਦੇ ਦੇ ਨਾਲ ਅਗਰ ਪਾਰਟੀ ਦੀ ਲਾਂਚਿੰਗ ਹੁੰਦੀ ਹੈ, ਭਾਵੇਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਉਹਨਾਂ ਦੀ ਸੀਟ ਐਡਜਸਟਮੈਂਟ ਹੁੰਦੀ ਹੈ, ਜਾਂ ਫਿਰ ਆਪਣੀ ਪਾਰਟੀ ਦੇ ਵਿੱਚ 117 ਸੀਟਾਂ ਲਈ ਗੱਲ ਜਿਹੜੀ ਚੱਲਦੀ ਹੈ, ਕਿਉਂਕਿ ਕੁਝ ਫਾਰਮੂਲੇ ਵੀ ਮਾਰਕੀਟ 'ਚ ਨਿਕਲ ਕੇ ਆ ਰਹੇ ਨੇ ਕਿ 35 ਸੀਟਾਂ ਦੇ ਉੱਤੇ ਭਾਜਪਾ ਇਲੈਕਸ਼ਨ ਲੜ ਸਕਦੀ ਹੈ ਜੇ ਸੀਟ ਐਡਜਸਟਮੈਂਟ ਹੁੰਦੀ ਹੈ ਢੀਂਡਸਾ ਸਾਹਿਬ ਨਾਲ, ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੇ ਵਿੱਚ 15 ਕੁ ਸੀਟਾਂ ਦੇ ਉੱਤੇ ਗੱਲਬਾਤ ਚੱਲਦੀ ਹੈ ਕਿ ਢੀਂਡਸਾ ਉਹਨਾਂ ਦੀ ਪਾਰਟੀ ਇਲੈਕਸ਼ਨ ਲੜੇਗੀ। ਬਾਕੀ ਦੀ 67 ਸੀਟਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਨਵੀਂ ਪਾਰਟੀ ਹੋਏਗੀ, ਜਿਹਦੇ ਵਿੱਚੋਂ ਕੁਝ ਨਾਂ ਵੀ ਇੱਕ ਪੋਲੀਟੀਕਲ ਸਰਕਲ ਦੇ ਵਿੱਚ ਚੱਲਣੇ ਸ਼ੁਰੂ ਹੋ ਗਏ ਨੇ ਕਿ ਉਹਦੇ ਵਿੱਚ ਕੁਝ ਫਿਲਮ ਸਟਾਰਸ ਦੇ ਵੀ ਨਾਂ ਨੇ, ਇੱਥੇ ਤੱਕ ਕਿ ਬੌਬੀ ਦਿਓਲ ਦਾ ਵੀ ਨਾਂ ਉਹਦੇ ਵਿੱਚ ਆਇਆ ਹੈ ਕਿ ਬੌਬੀ ਦਿਓਲ ਨੂੰ ਵੀ ਫਲਾਣੀ ਸੀਟ ਤੇ ਜਿਹਨਾਂ ਦਾ ਉਹਨਾਂ ਦਾ ਪਿੰਡ ਦਾ ਜਿਹੜਾ ਜਿਸ ਕੌਂਸਟੀਚੁਐਂਸੀ ਦੇ ਵਿੱਚ ਆਉਂਦਾ ਹੈ, ਉੱਥੋਂ ਵੀ ਬੌਬੀ ਦਿਓਲ ਨੂੰ ਵੀ ਇਲੈਕਸ਼ਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ। ਯਾਨੀ ਹਾਈ ਪ੍ਰੋਫਾਈਲ ਸੈਲੀਬ੍ਰਿਟੀਜ਼ ਕੈਂਡੀਡੇਟ ਦੀ ਇੱਕ ਲਿਸਟ ਤਿਆਰ ਹੋ ਰਹੀ ਹੈ ਭਾਜਪਾ ਦੇ ਵਿੱਚ, ਜਿਹਦੇ ਰਾਹੀਂ ਉਹ ਪੰਜਾਬ ਦੇ ਵਿੱਚ ਆਪਣੀ ਰਾਜਨੀਤੀ ਨੂੰ ਕਿਸੇ ਵੀ ਤਰੀਕੇ ਨਾਲ ਚਮਕਾਉਣ ਦੇ ਵਿੱਚ ਕਾਮਯਾਬ ਹੋ ਸਕੇ ਨੇ। ਜਿੱਥੇ ਤੱਕ ਕਿਸਾਨ ਮੋਰਚੇ ਦੀ ਗੱਲ ਹੈਗੀ ਹੈ, ਤੁਸੀਂ ਅਗਰ ਕਿਸਾਨੀ ਲੀਡਰਾਂ ਦੀ ਗੱਲ ਸੁਣੋ ਤੇ ਉਹ ਕਿਸੇ ਨਾ ਕਿਸੇ ਜਗ੍ਹਾ ਘਬਰਾਏ ਪਏ ਨੇ। ਉਹਨਾਂ ਨੂੰ ਮੋਰਚੇ ਦੇ ਟੁੱਟਣ ਦਾ ਡਰ ਹੈ, ਕਿਉਂਕਿ ਜਦ
ਇਸ ਅੰਦੋਲਨ ਦੇ ਸੋਲੂਸ਼ਨ ਦੀ ਗੱਲ ਹੁੰਦੀ ਹੈ ਤੇ ਭਾਜਪਾ ਦੀ ਤਰਫੋਂ ਬਹੁਤ ਤਰੀਕੇ ਦੀ ਸ਼ਰਤਾਂ ਆ ਰਹੀਆਂ ਵੀ ਇੱਕ ਕਾਨੂੰਨ ਵਾਪਸ ਕਰ ਲਓ, ਇੱਕ ਨੂੰ ਡੈਫਰ ਕਰ ਲਓ, ਇੱਕ ਤੇ ਕਮੇਟੀ ਬਣਾ ਲਓ। ਕੋਈ ਕਹਿੰਦਾ ਵੀ 2 ਕਾਨੂੰਨ ਵਾਪਸ ਲੈ ਲੈਣੇ, ਇੱਕ ਦੇ ਉੱਤੇ ਕਮੇਟੀ ਬਣਾ ਲੈਣੇ। ਯਾਨੀ ਕੁਝ ਨਵੇਂ ਫਾਰਮੂਲੇ ਜੇ ਕਿਸਾਨੀ ਅੰਦੋਲਨ ਦੇ ਜਿੱਥੇ ਦਿੱਲੀ ਦੇ ਮੋਰਚਿਆਂ ਦੇ ਬੈਠੇ ਹੋਏ ਨੇ ਉੱਥੇ ਵੱਖ-ਵੱਖ ਤਰੀਕੇ ਦੀ ਗੱਲ ਚੱਲ ਰਹੀ ਹੈ। ਔਰ ਇੱਥੇ ਤੱਕ ਗੱਲ ਆ ਗਈ ਵੀ ਦੀਵਾਲੀ ਤੋਂ ਪਹਿਲੇ ਇਹਦਾ ਸਮਝੌਤਾ ਹੋ ਜਾਏਗਾ। ਤੇ ਐਂਡ 'ਚ ਕਿਸਾਨੀ ਲੀਡਰਾਂ ਨੂੰ ਇਸ ਤਰੀਕੇ ਨਾਲ ਐਲਾਨ ਕਰਨਾ ਪਿਆ ਵੀ ਨਾ ਜਾਓ, ਇਹ ਭਾਜਪਾ ਦੀ ਕੇਂਦਰ ਸਰਕਾਰ ਦੀ ਚਾਲ ਹੈਗੀ ਹੈ ਕਿ ਸਾਡੇ ਮੋਰਚਿਆਂ ਨੂੰ ਕਮਜ਼ੋਰ ਕਰਨ ਦੀ। ਤੁਸੀਂ ਇਹ ਨਾ ਮੰਨੋ ਕਿ ਮੋਰਚਾ ਖਤਮ ਹੋਣ ਵਾਲਾ, ਅਸੀਂ ਤੇ ਤਿੰਨੋਂ ਦੇ 3 ਕਾਨੂੰਨ ਵਾਪਸ ਲੈਣ ਤੋਂ ਬਾਅਦ ਜੇ ਸਰਕਾਰ ਨਹੀਂ ਲੈਂਦੀ ਤੇ ਇੱਥੋਂ ਨਹੀਂ ਉਠਾਂਗੇ। ਯਾਨੀ ਬਹੁਤ ਸਾਰੀ ਰਾਜਨੀਤੀਆਂ ਚੱਲ ਰਹੀਆਂ। ਉਹਦੇ ਵਿੱਚ ਜਿਹੜੀ ਮੈਂ ਸੀਟ ਐਡਜਸਟਮੈਂਟ ਦੀ ਗੱਲ ਕੀਤੀ, ਜਿਹੜੀ ਚੰਨੀ ਸਰਕਾਰ ਨੂੰ ਭਾਜਪਾ ਦੀ ਸਪੋਰਟ ਦੀ ਗੱਲ ਕੀਤੀ, ਇੰਟਰਨਲ ਰਾਜਨੀਤੀ, ਪ੍ਰੋਕਸੀ ਪੋਲਿਟਿਕਸ, ਇਹ ਸਾਰੇ ਟਰਮਸ ਹੈਗੇ ਹੈ ਪੋਲਿਟਿਕਸ ਦੇ ਜਿਹੜੇ ਪੰਜਾਬ ਦੇ ਵਿੱਚ ਪਹਿਲੀ ਵਾਰ ਯੂਜ਼ ਕੀਤੇ ਜਾਣਗੇ ਔਰ ਐਤਕੀ ਬੜੇ ਇੰਟਰਸਟਿੰਗ ਇਲੈਕਸ਼ਨ ਹੋਣ ਵਾਲੇ। ਭਾਸਕਰ ਸਾਹਿਬ, ਤੜਕ ਦਿਲ ਟੁੱਟਿਆ, ਮੈਂ ਮੁੜ ਕੇ ਉੱਥੇ ਆ ਜਾਣਾ ਤੇ ਆਖਰੀ ਸ਼ਬਦ ਨੇ ਕਿ ਤੜਕ ਦਿਲ ਟੁੱਟਿਆ। ਜਾਖੜ ਸਾਹਿਬ ਦਾ ਤੇ ਇੰਜ ਹੀ ਲੱਗਦਾ ਪਿਆ ਕਿ ਬਣਦੇ ਵਾਰਸ ਕਾਂਗਰਸ ਤੇ ਪੰਜਾਬ 'ਚ ਰਹਿ ਗਏ ਤੇ ਰੰਧਾਵਾ ਸਾਹਿਬ ਅਚਨਚੇਤ ਉੱਭਰ ਆਏ। ਉਹਨਾਂ ਨੂੰ ਲੱਗਿਆ ਕਿ ਹਾਂ ਦਾਲ ਲੱਗਦਾ ਰਹਿ ਗਿਆ। ਮਨਪ੍ਰੀਤ ਬਾਦਲ ਤਾਂ ਤੀਜੀ ਵਾਰੀ ਪਹਿਲਾਂ ਆਪਣੇ ਪੇਕੇ ਘਰੋਂ ਅੱਗੇ ਵਧਾਉਣ ਦਾ ਮਨ ਖਰਾਬ ਹੋਇਆ ਤੇ ਦੂਜੀ ਵਾਰੀ ਪੀਪੀਪੀ ਅਸਫਲ ਹੋ ਗਈ, ਤੀਜੀ ਵਾਰੀ ਕਾਂਗਰਸ 'ਚ ਸਿੱਧੂ ਆਣ ਬੜੇ, ਉਹਨਾਂ ਦਾ ਵੀ ਉੱਥੇ ਹੀ ਤੜਕ ਦਿਲ ਟੁੱਟਿਆ। ਤੇ ਅਗਲੇ ਬੰਨੇ ਜੇ ਆਉਂਦੇ ਆ ਤਾਂ ਸਿੱਧੂ ਸਾਹਿਬ ਦਾ ਦਿਲ ਬਾਰ-ਬਾਰ ਟੁੱਟ ਰਿਹਾ। ਇਹ ਟੁੱਟਦੇ ਬਣਦੇ ਸਮੀਕਰਨਾਂ ਦੇ ਵਿੱਚ ਦਿਲਾਂ ਦਾ ਕੀ ਕਰੀਏ? ਉਂਝ ਕਹਿੰਦੇ ਆ ਦਿਲ ਦਿਲਾਂ ਦੀ ਰਾਹ ਹੁੰਦੀ ਹੈ ਨਾ, ਦਿਲ ਦਰਿਆ ਸਮੁੰਦਰੋਂ ਡੂੰਘੇ। ਲੇਕਿਨ ਮੈਨੂੰ ਤਾਂ ਇੰਝ ਲੱਗਦਾ ਹੈ ਕਿ ਬਹੁਤ ਛੋਟੇ ਹੋ ਗਏ ਦਿਲ, ਅਸੀਂ ਝੱਟ ਰਿਐਕਟ ਕਰ ਜਾਂਦੇ ਆ। ਅਸੀਂ ਵੀ ਟਿੱਪਣੀ ਦੇਣ ਲੱਗਿਆ ਬਹੁਤ ਹੀ ਕਾਲੀ ਕਰ ਜਾਂਦੇ ਆ। ਚਲੋ ਛੱਡ ਦਿੰਦੇ ਆ, ਛੱਡਣ 'ਚ ਹੀ ਭਲਾਈ ਹੈ। ਬਹੁਤ ਮਿਹਰਬਾਨੀ, ਧੰਨਵਾਦ।